प्यारे विद्यार्थियों, अज आप 10th क्लास का चैप्टर नंबर 10th प्रकाश, परावर्तन अते अपवर्तन, लाइट, रिफ्लैक्शन एंड रिफ्रैक्शन स्टार्ट करने जा रहे हैं। जिवें तुसीं देखदे जे आपां अपने आसे पासे कई प्रकार दी वस्तुआं देखते हैं, पर जदों लाइट चली जाती है तो आपां नूं कुछ भी दिखाई नहीं देता। यानी कि प्रकाश जो है ये वस्तुआं विखाई देन वास्ते बहुत ज़्यादा जरूरी है। यानी कि प्रकाश की मदद नाल सानूं वस्तुआं दिखाई देन लगदियां हन। ठीक है, हुण आपां इस पाठ विच पढ़ना है कि प्रकाश विच परावर्तन यानी कि रिफ्लैक्शन ਅਤੇ अपवर्तन यानी कि रिफ्रैक्शन ਇਹ ਕਿਵੇਂ ਹੁੰਦਾ ਹੈ। ਦੇਖੋ, ਪ੍ਰਕਾਸ਼ ਦੇ ਨਾਲ ਸੰਬੰਧਿਤ ਅਨੇਕ ਸਧਾਰਨ ਅਤੇ ਅਦਭੁਤ ਘਟਨਾਵਾਂ ਹਨ, ਜਿਵੇਂ ਕਿ ਦਰਪਣਾਂ ਦੁਆਰਾ ਪ੍ਰਤੀਬਿੰਬ ਦਾ ਬਣਨਾ। ਆਪਾਂ ਸਵੇਰੇ ਤਿਆਰ ਹੁੰਦੇ ਹਾਂ ਸਕੂਲ ਜਾਣ ਲਈ, ਅਸੀਂ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਆਪ ਨੂੰ ਦੇਖਦੇ ਹਾਂ। ਤਾਰਿਆਂ ਦਾ ਟਿਮਟਮਾਉਣਾ, ਸਤਰੰਗੀ ਪੀਂਘ ਬਣਦੀ ਹੈ। ਤੁਸੀਂ ਦੇਖਿਆ ਕਈ ਵਾਰੀ ਬਾਰਿਸ਼ ਹੋਣ ਤੋਂ ਬਾਅਦ ਜਦੋਂ ਸੂਰਜ ਚੜ੍ਹਦਾ ਹੈ ਤਾਂ ਸਤਰੰਗੀ ਪੀਂਘ ਬਣਦੀ ਹੈ। ਕਿਸੇ ਮਾਧਿਅਮ ਦੁਆਰਾ ਪ੍ਰਕਾਸ਼ ਨੂੰ ਮੋੜਨਾ, ਇਹ ਸਭ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਹੁੰਦਾ ਹੈ, ਪਰ ਇਹ ਕਿਵੇਂ ਹੁੰਦਾ ਹੈ। ਇਹ ਜਿਹੜਾ ਸਵਾਲ ਹੈ ਇਸ ਨੂੰ ਆਪਾਂ ਇਸ ਪਾਠ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਉਸ ਦੇ ਵਾਸਤੇ ਆਪਾਂ ਨੂੰ ਕੁਛ ਚੀਜ਼ਾਂ ਸਮਝਣੀਆਂ ਪੈਣਗੀਆਂ। ਪ੍ਰਕਾਸ਼ ਦਾ ਨੇਚਰ, ਠੀਕ ਹੈ, ਪ੍ਰਕਾਸ਼ ਕਿਵੇਂ ਕੰਮ ਕਰਦਾ ਹੈ, ਕਿਵੇਂ ਆਪਾਂ ਵਸਤੂਆਂ ਨੂੰ ਦੇਖ ਸਕਦੇ ਹਾਂ, ਉਹਨਾਂ ਦੇ ਬਾਰੇ ਆਪਾਂ ਇਸ ਪਾਠ ਦੇ ਵਿੱਚ ਪੜਾਂਗੇ। ਦੇਖੋ, ਇਸ ਅਧਿਆਏ ਵਿੱਚ ਅਸੀਂ ਕੀ ਪੜ੍ਹਨਾ ਹੈ, ਪ੍ਰਕਾਸ਼ ਦੇ ਪਰਾਵਰਤਨ ਬਾਰੇ ਅਤੇ ਅਪਵਰਤਨ, ਇਹਨਾਂ ਵਰਤਾਰਿਆਂ ਦਾ ਪ੍ਰਕਾਸ਼ ਦੇ ਸਰਲ ਰੇਖੀ ਚੱਲਣ ਦਾ ਉਪਯੋਗ ਕਰਕੇ ਅਧਿਐਨ ਕਰਾਂਗੇ। ਹੁਣ ਸਭ ਤੋਂ ਪਹਿਲਾਂ ਗੱਲ ਕਰਨ ਲੱਗਿਆ ਆਪਾਂ ਪ੍ਰਕਾਸ਼ ਦਾ ਪਰਾਵਰਤਨ। ਪਰਾਵਰਤਨ ਜਿਹਨੂੰ ਆਪਾਂ ਕੀ ਕਹਿੰਦੇ ਆ, ਰਿਫਲੈਕਸ਼ਨ ਆਫ ਲਾਈਟ। ਰਿਫਲੈਕਸ਼ਨ ਆਫ ਲਾਈਟ ਕੀ ਹੁੰਦਾ ਹੈ? ਜੇ ਆਪਾਂ ਦੇਖੀਏ, ਇੱਥੇ ਤੁਹਾਨੂੰ ਇੱਕ ਮੈਂ ਜੇ ਡਾਇਗਰਾਮ ਬਣਾ ਕੇ ਤੁਹਾਨੂੰ ਕੋਸ਼ਿਸ਼ ਕਰਦਾ ਹਾਂ। ਮੰਨ ਲਓ ਇਹ ਇੱਕ ਦਰਪਣ ਹੈ ਸਾਡੇ ਕੋਲ, ਇੱਕ ਸ਼ੀਸ਼ਾ ਹੈ, ਇਸ ਦੇ ਉੱਪਰ ਇੱਕ ਇਹਨੂੰ ਆਪਾਂ ਕਹਿੰਦੇ ਪਲੇਨ ਸਰਫੇਸ ਜਾਂ ਪਾਲਿਸ਼ ਕੀਤੀ ਸਰਫੇਸ। ਇਹਦੇ ਉੱਪਰ ਇੱਕ ਪ੍ਰਕਾਸ਼ ਦੀ ਕਿਰਨ ਪੈ ਰਹੀ ਹੈ। ਜੋ ਕਿਰਨ ਦਰਪਣ ਦੇ ਉੱਪਰ ਆਣ ਕੇ ਪੈਂਦੀ ਹੈ, ਇਸ ਨੂੰ ਕਿਹਾ ਜਾਂਦਾ ਹੈ ਆਪਾਤੀ ਕਿਰਨ। ਕੀ ਕਿਹਾ ਜਾਂਦਾ ਹੈ? ਆਪਾਤੀ ਕਿਰਨ। ਇਹ ਵੱਜ ਕੇ ਕਿਰਨ ਵਾਪਸ ਚਲੀ ਜਾਂਦੀ ਹੈ ਉਸੇ ਮਾਧਿਅਮ ਦੇ ਵਿੱਚ। ਇਸ ਨੂੰ ਕਿਹਾ ਜਾਂਦਾ ਹੈ ਪਰਿਵਰਤਤ ਕਿਰਨ। ਕੀ ਕਹਿੰਦੇ ਹਨ? ਪਰਿਵਰਤਤ ਕਿਰਨ। ਇੰਗਲਿਸ਼ ਵਿੱਚ ਆਪਾਤੀ ਕਿਰਨ ਨੂੰ ਕਹਿੰਦੇ ਹਨ ਇਨਸੀਡੈਂਟ ਰੇ। ਇੰਸੀਡੈਂਟ ਰੇ। ਤੇ ਪਰਿਵਰਤਤ ਕਿਰਨ ਨੂੰ ਕਹਿੰਦੇ ਹਨ ਰਿਫਲੈਕਟਡ ਰੇ। ਨਾਲ ਨਾਲ ਆਪਾਂ ਇੰਗਲਿਸ਼ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਦੇ ਵਿਚਕਾਰ ਜਿਹੜੀ ਹੁੰਦੀ ਹੈ ਰੇਖਾ, ਇਹਨੂੰ ਕਹਿੰਦੇ ਅਭਿਲੰਬ। ਕੀ ਕਹਿੰਦੇ ਹਨ? ਅਭਿਲੰਬ ਰੇਖਾ। ਠੀਕ ਹੈ, ਇਹ ਆਪਾਤੀ ਕਿਰਨ, ਇਹ ਪਰਿਵਰਤਤ ਕਿਰਨ, ਇਹ ਜਿਹੜੀ ਹੈ ਅਭਿਲੰਬ ਰੇਖਾ। ਠੀਕ ਹੈ, ਜਿਹੜਾ ਇਹ ਵਾਲਾ ਕੋਣ ਬਣਦਾ ਹੈ ਆਪਾਤੀ ਕਿਰਨ ਅਤੇ ਅਭਿਲੰਬ ਰੇਖਾ ਦੇ ਵਿਚਕਾਰ, ਇਸ ਨੂੰ ਆਪਤਨ ਕੋਣ ਕਹਿੰਦੇ ਹਨ ਜਾਂ ਇਨਸੀਡੈਂਟ ਐਂਗਲ। ਕਿਹੜਾ ਕੋਣ ਬਣ ਗਿਆ? ਆਪਤਨ ਕੋਣ, ਜਾਂ ਇਹਨੂੰ ਕਹਿੰਦੇ ਐਂਗਲ ਆਫ ਇੰਸੀਡੈਂਸ, ਜਾਂ ਇੰਸੀਡੈਂਟ ਐਂਗਲ, ਜਾਂ ਐਂਗਲ ਆਫ ਇੰਸੀਡੈਂਸ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਆਪਾਂ ਪੜ੍ਹਦੇ ਹਾਂ। ਠੀਕ ਹੈ, ਇਸੇ ਤਰ੍ਹਾਂ ਹੀ ਜਿਹੜੀ ਇਹ ਕੋਣ ਹੈ, ਇਸ ਕੋਣ ਨੂੰ ਕਿਹਾ ਜਾਂਦਾ ਹੈ ਪਰਾਵਰਤਨ ਕੋਣ, ਜਾਂ ਜਿਹੜਾ ਐਂਗਲ ਆਫ ਰਿਫਲੈਕਸ਼ਨ। ਕਲੀਅਰ? ਜਦੋਂ ਪਲੇਨ ਸਰਫੇਸ ਦੇ ਉੱਪਰ, ਜਦੋਂ ਪਾਲਿਸ਼ ਕੀਤੀ ਸਤ੍ਹਾ ਦੇ ਉੱਪਰ ਇਹ ਦੋਵੇਂ ਰੇਖਾਵਾਂ, ਇੱਕ ਰੇਖਾ ਆਣ ਕੇ ਵੱਜੀ, ਉਹ ਵੱਜ ਕੇ ਉਸੇ ਮਾਧਿਅਮ 'ਚ ਉਸੇ ਮੀਡੀਅਮ 'ਚ ਵਾਪਸ ਚਲੇਗੀ। ਦੋ ਕੋਣ ਬਣ ਗਏ, ਐਂਗਲ ਆਫ ਇੰਸੀਡੈਂਸ ਜਾਂ ਆਪਤਨ ਕੋਣ, ਤੇ ਐਂਗਲ ਆਫ ਰਿਫਲੈਕਸ਼ਨ ਜਾਂ ਪਰਿਵਰਤਨ ਕੋਣ। ਐਂਗਲ ਆਫ ਇੰਸੀਡੈਂਸ ਜਿਹੜਾ ਹੈ ਇਹ ਹਮੇਸ਼ਾ ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਹੁੰਦਾ ਹੈ। ਯਾਨੀ ਕਿ ਆਪਤਨ ਕੋਣ ਪਰਿਵਰਤਨ ਕੋਣ ਦੇ ਹਮੇਸ਼ਾ ਬਰਾਬਰ ਹੁੰਦਾ ਹੈ। ਇਹ ਇਹਦਾ ਪਹਿਲਾ ਨਿਯਮ ਹੈ। ਆਪਤਨ ਕੋਣ ਪਰਿਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਦੂਸਰਾ ਹੈ ਆਪਤੀ ਕਿਰਨ, ਦਰਪਣ ਦਾ ਆਪਤਨ ਬਿੰਦੂ ਅਤੇ ਉੱਤੇ ਅਵਲੰਬ ਅਤੇ ਪਰਿਵਰਤਤ ਕਿਰਨ ਸਾਰੇ ਹੀ ਇੱਕ ਤਲ ਵਿੱਚ ਹੁੰਦੇ ਹਨ। ਇਹ ਸਾਰੇ ਹੀ ਜਿਹੜੇ ਹਨ ਇੱਕ ਤਲ ਦੇ ਵਿੱਚ। ਜਦ ਆਪਾਂ ਦੁਬਾਰਾ ਸਮਝਣ ਦੀ ਕੋਸ਼ਿਸ਼ ਕਰੀਏ, ਇੱਕ ਆਪਣੇ ਕੋਲ ਪਲੇਨ ਸਰਫੇਸ ਹੈ, ਉਸ ਦੇ ਉੱਪਰ ਇੱਕ ਰੇ ਜਿਹੜੀ ਆਣ ਕੇ ਉੱਪਰ ਵੱਜਦੀ ਪਈ ਹੈ, ਉਹਨੂੰ ਆਪਾਂ ਕਹਿੰਦੇ ਹਾਂ, ਕੀ ਨਾਮ ਦਿੱਤਾ ਸੀ ਆਪਾਂ ਉਹਨੂੰ ਆਪਾਂ ਕਹਿੰਦੇ ਹਾਂ ਇੰਸੀਡੈਂਟ ਰੇ ਜਾਂ ਆਪਾਤੀ ਕਿਰਨ।
ठीक है। तो एक रेखा उड़ के वापस जा रही है, इन्हों आप कहने रिफ्रैक्टेड रे ਜਾਂ ਪਰਿਵਰਤਿਤ ਕਿਰਨ। ਇਹਦੇ ਵਿਚਕਾਰ ਹੁੰਦੀ ਹੈ ਨਾਰਮਲ ਰੇ ਜਾਂ ਜਿਹਨੂੰ ਆਪਾਂ ਕਹਿੰਦੇ ਅਭਿਲੰਬ। ਇਹ ਵਾਲਾ ਐਂਗਲ ਬਣ ਗਿਆ ਐਂਗਲ ਆਫ ਇੰਸੀਡੈਂਸ ਜਾਂ ਆਪਾਤੀ ਕੋਣ। ਇਹ ਵਾਲਾ ਐਂਗਲ ਬਣ ਗਿਆ ਐਂਗਲ ਆਫ ਰਿਫਲੈਕਸ਼ਨ ਜਾਂ ਪਰਿਵਰਤਿਤ ਕੋਣ। ਤੇ ਜਿਹੜੇ ਇਹਦੇ ਦੋ ਨਿਯਮ ਹਨ ਉਹ ਕੀ ਹਨ? ਆਪਤਨ ਕੋਣ ਪਰਿਵਰਤਨ ਕੋਣ ਦੇ ਬਰਾਬਰ ਹੁੰਦਾ ਹੈ, ਐਂਗਲ ਆਫ ਇੰਸੀਡੈਂਸ ਇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ। ਦੂਸਰਾ ਹੈ ਆਪਾਤੀ ਕਿਰਨ, ਦਰਪਣ ਦੇ ਆਪਤਨ ਬਿੰਦੂ ਤੇ ਲੰਬ ਅਤੇ ਪਰਿਵਰਤਿਤ ਕਿਰਨ ਸਾਰੇ ਹੀ ਇੱਕ ਤਲ ਵਿੱਚ ਹੁੰਦੇ ਹਨ। The incident ray, normal and refracted ray, they all lie on the same plane। ਇਹਨੂੰ ਆਪਾਂ ਕਹਿੰਦੇ ਹਾਂ ਪਰਿਵਰਤਨ ਦੇ ਨਿਯਮ ਜਾਂ ਲਾਸ ਆਫ ਰਿਫਲੈਕਸ਼ਨ। ਇਹ ਜਿਹੜੇ ਨਿਯਮ ਹਨ ਇਹ ਪ੍ਰਕਾਸ਼ ਦੀਆਂ ਸਾਰੀਆਂ ਪਰਿਵਰਤਕ ਸਤਹਾਂ ਲਈ ਲਾਗੂ ਹੁੰਦੇ ਹਨ। ਠੀਕ ਹੈ। ਹੁਣ ਦੇਖੋ ਆਪਾਂ ਬੜਾ ਦਰਪਣ ਦੇਖਦੇ ਹਾਂ, ਜਿਹੜਾ ਆਪਾਂ ਦਰਪਣ ਘਰ ਵਿੱਚ ਦੇਖਦੇ ਹਾਂ ਇਸ ਨੂੰ ਆਪਾਂ ਕਹਿੰਦੇ ਹਾਂ ਸਮਤਲ ਦਰਪਣ। ਕਿਹੜਾ ਦਰਪਣ ਕਹਿੰਦੇ ਹਾਂ? ਸਮਤਲ ਦਰਪਣ ਜਾਂ ਜਿਹਨੂੰ ਆਪਾਂ ਕਹਿੰਦੇ ਪਲੇਨ ਮਿਰਰ। ਜਿਹੜਾ ਆਪਾਂ ਘਰ ਵਿੱਚ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਮਿਰਰ, ਸਵੇਰੇ ਆਪਾਂ ਤਿਆਰ ਹੋਣ ਲਈ ਯੂਜ਼ ਕਰਦੇ ਹਾਂ, ਉਹ ਪਲੇਨ ਮਿਰਰ ਹੈ। ਹੁਣ ਪਲੇਨ ਮਿਰਰ ਦੇ ਉੱਪਰ ਜਿਹੜਾ ਪ੍ਰਤੀਬਿੰਬ ਬਣਦਾ ਹੈ, ਪ੍ਰਤੀਬਿੰਬ ਕੀ ਹੁੰਦਾ? ਇਮੇਜ। ਜਿਹੜਾ ਇਮੇਜ ਬਣਦਾ ਹੈ ਪਲੇਨ ਮਿਰਰ ਦੇ ਉੱਪਰ, ਜਿਹੜਾ ਆਪਾਂ ਜਿਹਨੂੰ ਆਪਾਂ ਦੇਖਦੇ ਹਾਂ, ਉਹਦੇ ਕੀ ਕਰੈਕਟਰਿਸਟਿਕਸ ਹੁੰਦੇ ਹਨ, ਉਹਦੇ ਕੀ ਗੁਣ ਹੁੰਦੇ ਹਨ? ਸਭ ਤੋਂ ਪਹਿਲੋਂ ਇਹ ਬਣਦਾ ਹੈ ਆਭਾਸੀ। ਆਭਾਸੀ ਨੂੰ ਆਪਾਂ ਕਹਿੰਦੇ ਇੰਗਲਿਸ਼ 'ਚ ਵਰਚੁਅਲ। ਕੀ ਆਪਾਂ ਕਹਿੰਦੇ ਹਾਂ? ਵਰਚੁਅਲ। ਵਰਚੁਅਲ ਉਹ ਹੁੰਦਾ ਹੈ ਜਿਸ ਨੂੰ ਆਪਾਂ ਜਿਸ ਪ੍ਰਤੀਬਿੰਬ ਨੂੰ ਆਪਾਂ ਪਰਦੇ ਉੱਪਰ ਤਿਆਰ ਨਹੀਂ ਕਰ ਸਕਦੇ। ਦੂਸਰਾ ਹੁੰਦਾ ਹੈ ਸਿੱਧਾ। ਸਿੱਧਾ ਮੀਨਸ ਇਰੈਕਟ। ਠੀਕ ਹੈ, ਯਾਨੀ ਕਿ ਦੋ ਹੋ ਗਏ। ਸਭ ਤੋਂ ਪਹਿਲਾਂ ਪ੍ਰਤੀਬਿੰਬ ਕੀ ਬਣਦਾ ਹੈ? ਜਿਹੜਾ ਆਪਣਾ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਕੀ ਲੱਛਣ ਹਨ? ਇਹ ਸਵਾਲ ਪੇਪਰ ਚਾਹੁੰਦਾ ਹੁੰਦਾ ਹੈ। ਸਭ ਤੋਂ ਪਹਿਲਾਂ ਲੱਛਣ ਕੀ ਹੈ? ਪ੍ਰਤੀਬਿੰਬ ਕੀ ਬਣਦਾ ਹੈ? ਆਭਾਸੀ। ਪ੍ਰਤੀਬਿੰਬ ਕੀ ਬਣਦਾ ਹੈ? ਆਭਾਸੀ ਯਾਨੀ ਕਿ ਵਰਚੁਅਲ। ਦੂਸਰਾ ਹੁੰਦਾ ਹੈ ਪ੍ਰਤੀਬਿੰਬ ਕੀ ਬਣਦਾ ਹੈ? ਸਿੱਧਾ। ਤੁਸੀਂ ਦੇਖੋ, ਤੁਸੀਂ ਜੇ ਸਿੱਧੇ ਖੜੇ ਜੇ ਤੁਹਾਡਾ ਪ੍ਰਤੀਬਿੰਬ ਕੀ ਬਣੇਗਾ? ਸਿੱਧਾ ਹੀ ਬਣਦਾ ਨਾ। ਤੀਸਰਾ ਹੁੰਦਾ ਹੈ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਆਕਾਰ ਦੇ ਬਰਾਬਰ। ਆਕਾਰ ਬਰਾਬਰ ਹੁੰਦਾ, ਆਕਾਰ ਸਾਈਜ਼ ਬਰਾਬਰ ਹੁੰਦਾ ਹੈ। ਜਿੰਨਾ ਵਸਤੂ ਦਾ ਆਕਾਰ ਆ ਓਨਾ ਹੀ ਪ੍ਰਤੀਬਿੰਬ ਦਾ ਆਕਾਰ ਆ। ਚੌਥਾ ਹੁੰਦਾ ਹੈ ਦੂਰੀ ਵੀ ਬਰਾਬਰ ਹੁੰਦੀ ਆ। ਜੇ ਦੇਖੋ ਮੰਨ ਲਓ ਇਹ ਦਰਪਣ ਆ, ਇੱਥੇ ਤੁਸੀਂ ਖੜੇ ਜੇ, ਜੇ ਤੁਹਾਡੇ ਵਿਚਕਾਰ ਦੇ ਦਰਪਣ ਵਿਚਕਾਰ ਮੰਨ ਲਓ ਆਪਾਂ ਕਹਿੰਦੇ 1 ਫੁੱਟ ਦੀ ਦੂਰੀ ਆ, ਤੇ ਜਿਹੜਾ ਪ੍ਰਤੀਬਿੰਬ ਬਣੇਗਾ ਉਹਦੀ ਦੂਰੀ ਵੀ ਕਿੰਨੀ ਹੋਵੇਗੀ? 1 ਫੁੱਟ ਹੀ ਹੋਵੇਗੀ। ਜੇ ਇਹਦੀ ਦਰਪਣ ਤੋਂ ਦੂਰ ਜਾਂਦੇ ਜੇ, ਜਿੰਨੀ ਦੂਰ ਜਾਓਗੇ ਪ੍ਰਤੀਬਿੰਬ ਵੀ ਦਰਪਣ ਤੋਂ ਉਨੀ ਹੀ ਜ਼ਿਆਦਾ ਦੂਰ ਬਣੇਗਾ। ਦੂਰੀ ਬਰਾਬਰ ਹੁੰਦੀ ਹੈ, ਆਕਾਰ ਬਰਾਬਰ ਹੁੰਦਾ ਹੈ, ਪ੍ਰਤੀਬਿੰਬ ਸਿੱਧਾ ਬਣਦਾ ਹੈ ਤੇ ਆਭਾਸੀ ਬਣਦਾ ਹੈ। ਤੇ ਪੰਜਵਾਂ ਤੇ ਲਾਸਟ ਪੁਆਇੰਟ ਹੈ ਪ੍ਰਤੀਬਿੰਬ ਬਣਨ ਦਾ ਪਾਸਵਾਂ ਪਰਾਵਰਤਨ, ਜਿਹਨੂੰ ਕਹਿੰਦੇ ਲੇਟਰਲ ਇਨਵਰਸ਼ਨ। ਉਹ ਕੀ ਹੁੰਦਾ ਹੈ ਵੀ ਜੇ ਮੰਨ ਲਓ ਤੁਹਾਡਾ ਇੱਥੇ ਸੱਜਾ ਹੱਥ ਹੈ ਤੇ ਪ੍ਰਤੀਬਿੰਬ ਦੇ ਵਿੱਚ ਆਪਾਂ ਨੂੰ ਕਿਹੜਾ ਦਿਖਾਈ ਦੇਵੇਗਾ? ਉਹ ਖੱਬਾ ਦਿਖਾਈ ਦੇਵੇਗਾ। ਜੇ ਤੁਹਾਡਾ ਖੱਬਾ ਹੱਥ ਹੈ, ਜੇ ਲੈਫਟ ਹੈਂਡ ਹੈ ਤਾਂ ਉਹਦਾ ਪ੍ਰਤੀਬਿੰਬ ਕੀ ਬਣੇਗਾ? ਰਾਈਟ ਹੈਂਡ। ਤੇ ਜੇ ਰਾਈਟ ਹੈਂਡ ਹੈ ਉਹਦਾ ਕੀ ਬਣੇਗਾ? ਲੈਫਟ ਹੈਂਡ। ਮਤਲਬ ਆਪਾਂ ਨੂੰ ਇਹਨੂੰ ਕਹਿੰਦੇ ਪਾਸੇ ਦਾ ਉਲਟਾ ਜਾਂ ਪਾਸਵਾਂ ਪਰਿਵਰਤਨ। ਯਾਨੀ ਕਿ 5 ਪੁਆਇੰਟ ਆਪਾਂ ਪੜ੍ਹਿਆ। ਜਿਹੜਾ ਪਲੇਨ ਮਿਰਰ ਆ ਜਾਂ ਜਿਹੜਾ ਸਮਤਲ ਦਰਪਣ ਆ, ਉਹਦੇ ਦੁਆਰਾ ਬਣਾਏ ਗਏ, ਜੇ ਤੁਹਾਨੂੰ ਪੇਪਰ 'ਚ ਸਵਾਲ ਆ ਜੇ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਕਿਹੜੇ ਕਿਹੜੇ ਲੱਛਣ ਹਨ, ਕਿਹੜੇ ਕਿਹੜੇ ਕਰੈਕਟਰਿਸਟਿਕਸ ਹਨ? ਆਭਾਸੀ ਯਾਨੀ ਕਿ ਵਰਚੁਅਲ, ਸਿੱਧਾ ਯਾਨੀ ਕਿ ਇਰੈਕਟ, ਸਾਈਜ਼ ਸੇਮ, ਸਾਈਜ਼ ਮੀਨ ਆਕਾਰ ਸੇਮ ਸਾਈਜ਼, ਦੂਰੀ, ਦੂਰੀ ਆਪਾਂ ਕੀ ਕਹਿੰਦੇ ਹਾਂ? ਡਿਸਟੈਂਸ, ਸੇਮ ਡਿਸਟੈਂਸ, ਡਿਸਟੈਂਸ ਵੀ ਸੇਮ, ਐਂਡ ਲੇਟਰਲ ਇਨਵਰਸ਼ਨ ਯਾਨੀ ਕਿ ਪਾਸੇ ਦਾ ਪਰਾਵਰਤਨ। ਇਹ 5 ਜਿਹੜੇ ਖਾਸ ਕਰੈਕਟਰਿਸਟਿਕਸ ਹੁੰਦੇ ਹਨ ਜਦੋਂ ਕੋਈ ਪ੍ਰਤੀਬਿੰਬ ਜਿਹੜਾ ਹੈ ਉਹ ਕਿੱਥੇ ਬਣਦਾ ਹੈ? ਪਲੇਨ ਮਿਰਰ ਜਾਂ ਸਮਤਲ ਦਰਪਣ ਦੇ ਵਿਚਕਾਰ। ਹੁਣ ਅੱਗੇ ਆਪਾਂ ਪੜ੍ਹਨਾ ਹੈ ਗੋਲਾਕਾਰ ਦਰਪਣ ਬਾਰੇ। ਜੇ ਆਪਾਂ ਗੋਲਾਕਾਰ ਦਰਪਣ ਬਾਰੇ ਪੜ੍ਹੀਏ, ਇਹ ਮਤਲਬ ਇੱਕ ਗੋਲਾ ਹੈ, ਇੱਕ ਸਰਕਲ ਹੈ। ਜਦੋਂ ਆਪਾਂ ਇਹਨੂੰ ਆਪਾਂ ਕੱਟ ਦਿੰਦੇ ਹਾਂ ਵਿੱਚੋਂ, ਮੰਨ ਲਓ ਤਾਂ ਆਪਣੇ ਕੋਲ ਇਹਦੇ ਦੋ ਹਿੱਸੇ ਬਣ ਗਏ। ਠੀਕ ਹੈ, ਇਹਨੂੰ ਆਪਾਂ ਇੱਧਰੋਂ ਆਪਾਂ ਇਹਨੂੰ ਪੋਲਿਸ਼ ਕਰ, ਆਹ ਜਿਹੜੀ ਅੰਦਰਲੀ ਸਤ੍ਹਾ ਹੈ ਇਹਨੂੰ ਕਹਿੰਦੇ ਪਰਿਵਰਤਕ ਸਤ੍ਹਾ ਜਾਂ ਜਿੱਥੇ ਰਿਫਲੈਕਸ਼ਨ ਹੁੰਦੀ ਹੈ, ਰਿਫਲੈਕਸ਼ਨ ਸਾਈਡ। ਠੀਕ ਹੈ, ਜਿਹੜਾ ਦਰਪਣ ਜਿਹਦੀ ਪੋਲਿਸ਼ ਕੀਤੀ ਸਤ੍ਹਾ ਅੰਦਰਲੇ ਪਾਸੇ ਹੈ ਯਾਨੀ ਕਿ ਸੈਂਟਰ ਦੇ ਵੱਲ ਨੂੰ ਹੈ। ਠੀਕ ਹੈ, ਇਹਦੀ ਆਹ ਵਾਲੀ ਸ਼ੇਪ ਬਣੇਗੀ। ਇਸ ਦਰਪਣ ਨੂੰ ਆਪਾਂ ਕਹਿੰਦੇ ਹਾਂ, ਜਿਹੜੀ ਅੰਦਰ ਬਾਹਰ ਸਤ੍ਹਾ ਹੁੰਦੀ ਉਹਨੂੰ ਆਪਾਂ ਕਹਿੰਦੇ ਅਵਤਲ ਦਰਪਣ। ਕੀ ਕਹਿੰਦੇ ਹਨ?
अवतल दर्पण। देखो अवतल दर्पण, आ वाला लिख लो या इस तरह कर लो, ठीक है। जिवें तुसीं चमचा भी देखते जे बेटा, ਆਪਾਂ ਸਪੂਨ ਕਰਕੇ यूज़ करते हैं, ਜਿਹੜਾ ਪਾਸਾ ਜਿਹੜਾ ਆਪਾਂ ਖਾਣ ਵਾਲੇ ਵਾਸਤੇ ਵਰਤਦੇ ਹਾਂ, ਇਸ ਤਰ੍ਹਾਂ ਦਾ ਸਪੂਨ ਜਿਹੜਾ ਆਪਾਂ ਹਿੱਸਾ ਖਾਣ ਲਈ ਵਰਤਦੇ ਹਾਂ, ਆਹ ਵਾਲਾ ਹਿੱਸਾ ਜਿਹੜਾ, ਠੀਕ ਹੈ, ਇਹ ਅੰਦਰ ਨੂੰ ਮੁੜਿਆ ਹੁੰਦਾ ਹੈ, ਠੀਕ ਹੈ। ਇਹ ਕਿਹੜਾ ਹੋ ਗਿਆ ਅਵਤਲ ਦਰਪਣ, ਕਿਹੜਾ ਹੋ ਗਿਆ ਅਵਤਲ ਦਰਪਣ, ਜਾਂ ਇਹਨੂੰ ਕਹਿੰਦੇ ਹਨ ਇੰਗਲਿਸ਼ ਵਿੱਚ ਕਨਕੇਵ ਮਿਰਰ। ਕੀ ਕਹਿੰਦਾ ਹੈ? ਕਨਕੇਵ ਮਿਰਰ। ਦੂਸਰਾ, ਜਿਹਦੀ ਪ੍ਰਵਰਤਕ ਸਤ੍ਹਾ ਬਾਹਰ ਨੂੰ ਹੋਵੇ, ਯਾਨੀ ਕਿ ਸੈਂਟਰ ਤੋਂ ਬਾਹਰ ਨੂੰ, ਇਹਨੂੰ ਕਹਿੰਦੇ ਹਨ ਉੱਤਲ ਦਰਪਣ। ਕਿਹੜਾ ਦਰਪਣ ਕਹਿੰਦੇ ਹਨ? ਉੱਤਲ। ਇੰਗਲਿਸ਼ ਉਹਨੂੰ ਕਹਿੰਦੇ ਹਨ ਕਨਵੈਕਸ। ਜਿਵੇਂ ਤੁਹਾਨੂੰ ਮੈਂ ਸਪੂਨ ਦੀ ਗੱਲ ਕੀਤੀ ਆ, ਜਿਹੜਾ ਹਿੱਸਾ ਅੰਦਰ ਨੂੰ ਮੁੜਿਆ ਹੈ, ਜਿੱਥੇ ਆਪਾਂ ਖਾਂਦੇ ਹਾਂ, ਜਿੱਥੇ ਰੱਖ ਕੇ ਚੀਜ਼ ਖਾਂਦੇ ਹਾਂ, ਇਹ ਅਵਤਲ ਜਾਂ ਕਨਕੇਵ ਹੈ। ਜਿਹੜਾ ਦਾ ਬਾਹਰਲਾ ਹਿੱਸਾ ਹੈ, ਇਹਨੂੰ ਉੱਤਲ ਜਾਂ ਉਹਨੂੰ ਕਹਿੰਦੇ ਹਨ ਕਨਵੈਕਸ। ਗੱਲ ਸਮਝ ਲੱਗੀ? ਇਹ ਦੋਵੇਂ ਦਰਪਣ ਕਿੱਥੋਂ ਬਣਾਏ ਗਏ ਹਨ? ਇਹ ਇੱਕ ਗੋਲਾਕਾਰ ਦਰਪਣ ਦੇ ਦੋ ਹਿੱਸੇ ਹਨ, ਇਸ ਕਰਕੇ ਉਹਨਾਂ ਨੂੰ ਗੋਲਾਕਾਰ ਦਰਪਣ ਕਹਿੰਦੇ ਹਾਂ। ਯਾਨੀ ਕਿ ਗੋਲਾਕਾਰ ਦਰਪਣ ਦੋ ਤਰ੍ਹਾਂ ਦਾ ਹੋ ਗਿਆ, ਜਿਹਦੀ ਪ੍ਰਵਰਤਕ ਸਤ੍ਹਾ ਸੈਂਟਰ ਵੱਲ ਹੈ, ਕੇਂਦਰ ਵੱਲ ਹੈ, ਉਸ ਨੂੰ ਕਿਹਾ ਜਾਂਦਾ ਹੈ ਅਵਤਲ ਜਾਂ ਦਰਪਣ ਜਾਂ ਕਨਕੇਵ ਮਿਰਰ। ਤੇ ਜਿਸ ਦੀ ਜਿਹੜੀ ਪ੍ਰਵਰਤਕ ਸਤ੍ਹਾ ਬਾਹਰ ਵਾਲੇ ਪਾਸੇ ਆ, ਉਸ ਨੂੰ ਕਿਹਾ ਜਾਂਦਾ ਹੈ ਉੱਤਲ ਦਰਪਣ ਜਾਂ ਉਸ ਨੂੰ ਕਿਹਾ ਜਾਂਦਾ ਹੈ ਕਨਵੈਕਸ ਮਿਰਰ। ਹੁਣ ਤੁਹਾਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਇਹ ਜਿਹੜਾ ਹੈ ਅਵਤਲ ਦਰਪਣ, ਜਿਹਦੀ ਪ੍ਰਵਰਤਕ ਸਤ੍ਹਾ ਅੰਦਰ ਨੂੰ ਯਾਨੀ ਕਿ ਕਨਕੇਵ ਮਿਰਰ, ਤੇ ਜਿਹਦੀ ਪ੍ਰਵਰਤਕ ਸਤ੍ਹਾ ਬਾਹਰ ਨੂੰ, ਉਹਨੂੰ ਆਪਾਂ ਕੀ ਕਹਿੰਦੇ ਆ? ਕਨਵੈਕਸ ਮਿਰਰ ਜਾਂ ਉੱਤਲ ਦਰਪਣ। ਹੁਣ ਆਪਾਂ ਇਹ 'ਚ ਕੁਝ ਟਰਮਸ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੋਲਾਕਾਰ ਦਰਪਣ ਦੇ ਵਿੱਚ ਕੋਈ ਟਰਮਸ ਆਪਾਂ ਸਮਝਾਂਗੇ। ਜਿਹੜਾ ਦਰਪਣ ਦਾ ਸੈਂਟਰ ਪੁਆਇੰਟ ਹੁੰਦਾ ਹੈ, ਇਸ ਨੂੰ ਕਹਿੰਦੇ ਹਨ, ਜਿਹੜਾ ਜਿਵੇਂ ਉਹਨਾਂ ਦੇਖੋ ਆਹ ਦਰਪਣ ਜਿਹੜਾ ਹੈ ਇਹ ਕਿੱਥੋਂ ਬਣਿਆ ਸੀ, ਆਪਾਂ ਪੜ੍ਹਿਆ ਸੀ, ਇਹ ਗੋਲੇ ਦਾ ਹਿੱਸਾ ਵਾ। ਜਿਹੜਾ ਗੋਲੇ ਦਾ ਸੈਂਟਰ ਹੁੰਦਾ ਹੈ, ਠੀਕ, ਆਹ ਗੋਲਾ ਵਾ, ਜਿਹੜਾ ਗੋਲੇ ਦਾ ਸੈਂਟਰ ਹੈ, ਠੀਕ ਹੈ, ਇਹ ਦਰਪਣ ਦਾ ਹਿੱਸਾ ਨਹੀਂ ਹੁੰਦਾ, ਇਹਨੂੰ ਕਹਿੰਦੇ ਵਕਰਤਾ ਕੇਂਦਰ, ਤੇ ਇਹਨੂੰ ਆਪਾਂ ਕਿਹੜਾ ਲਿਖਦੇ ਹਾਂ? ਸੀ ਨਾਲ, ਸੈਂਟਰ ਆਫ ਕਰਵੇਚਰ। ਕੀ ਕਹਿੰਦੇ ਹਨ? ਸੈਂਟਰ ਆਫ ਕਰਵੇਚਰ। ਤੇ ਜਿਹੜਾ ਸੈਂਟਰ ਤੋਂ ਲੈ ਕੇ ਇੱਕ ਐਂਡ ਤੱਕ ਹੁੰਦਾ ਹੈ, ਲਾਈਨ ਆਪਾਂ ਡਰਾ ਕਰਦੇ ਹਾਂ, ਜਿਹਨੂੰ ਆਪਾਂ ਵੈਸੇ ਇੰਗਲਿਸ਼ ਜੇ ਆਪਾਂ ਸੈਂਟਰ ਕੀ ਕਹਿੰਦੇ ਆਪਾਂ ਨੂੰ? ਰੇਡੀਅਸ। ਇੱਥੇ ਕਿਹਾ ਜਾਂਦਾ ਹੈ ਉਹਨੂੰ ਵਕਰਤਾ ਅਰਧ ਵਿਆਸ, ਰੇਡੀਅਸ ਆਰ, ਜਾਂ ਪੰਜਾਬੀ 'ਚ ਇਹਨੂੰ ਕੀ ਕਹਿੰਦੇ ਹਨ? ਦਰਪਣ ਦਾ ਵਕਰਤਾ ਅਰਧ ਵਿਆਸ। ਇਹਨੂੰ ਆਪਾਂ ਇੰਗਲਿਸ਼ 'ਚ ਆਰ ਨਾਲ ਦਿੰਦੇ ਹਾਂ, ਠੀਕ ਹੈ। ਜਿਵੇਂ ਮੰਨ ਲਓ ਆਹ ਪੁਆਇੰਟ ਸੀ ਹੈ ਸੈਂਟਰ ਕਲੋਜਰ, ਇਹ ਪੁਆਇੰਟ ਮੰਨ ਲਓ ਪੀ ਹੈ, ਜਿਹਨੂੰ ਆਪਾਂ ਕਹਿੰਦੇ ਪੋਲ, ਯਾਨੀ ਕਿ ਦਰਪਣ ਦਾ ਜਿਹੜਾ ਸੈਂਟਰ ਹੈ ਇਹਨੂੰ ਪੋਲ ਜਾਂ ਸ਼ੀਰਸ਼ ਕਿਹਾ ਜਾਂਦਾ ਹੈ, ਪੋਲ ਜਾਂ ਸ਼ੀਰਸ਼। ਪੋਲ ਤੋਂ ਲੈ ਕੇ ਜਿਹੜਾ ਕੇਂਦਰ ਹੈ, ਵਕਰਤਾ ਕੇਂਦਰ, ਉਸ ਦੀ ਦੂਰੀ ਨੂੰ ਕੀ ਕਹਿੰਦੇ ਹਨ? ਰੇਡੀਅਸ ਜਾਂ ਵਕਰਤਾ ਅਰਧ ਵਿਆਸ, ਠੀਕ ਹੈ। ਤੇ ਜਿਹੜੀ ਇਹ ਰੇਖਾ ਇੱਥੋਂ ਲੰਘ ਰਹੀ, ਯਾਨੀ ਜਿਹੜੀ ਪੀਸੀ ਰੇਖਾ ਬਣੀ ਹੈ, ਇਸ ਰੇਖਾ ਨੂੰ ਕੀ ਕਹਿੰਦੇ ਹਨ? ਇਸ ਨੂੰ ਕਹਿੰਦੇ ਹਨ ਮੁੱਖ ਧੁਰਾ। ਕੀ ਕਹਿੰਦੇ ਹਨ? ਮੁੱਖ ਧੁਰਾ, ਜਾਂ ਇੰਗਲਿਸ਼ ਨੂੰ ਕੀ ਕਹਿੰਦੇ ਹਨ? ਪ੍ਰਿੰਸੀਪਲ ਐਕਸਿਸ। ਸਮਝ ਲੱਗ ਰਹੀ ਹੈ? ਜਿਹੜਾ ਸੀ ਤੇ ਪੀ ਜਿਹੜੀ ਰੇਖਾ ਜਿਹੜੀ ਆਪਾਂ ਡਰਾ ਕੀਤੀ ਆ, ਠੀਕ ਹੈ, ਇਹ ਹੈ ਕੀ ਹੈ? ਵੈਸੇ ਇਹ ਰੇਡੀਅਸ ਆ, ਪਰ ਇਸ ਲਾਈਨ ਨੂੰ ਆਪਾਂ ਜਿਹੜੀ ਸੈਂਟਰ ਤੋਂ ਪਾਸ ਕਰ ਜਾਂਦੀ ਆ, ਇਸ ਨੂੰ ਆਪਾਂ ਕੀ ਕਹਿੰਦੇ ਹਾਂ? ਮੁੱਖ ਧੁਰਾ, ਜਾਂ ਇੰਗਲਿਸ਼ ਨੂੰ ਕੀ ਕਹਿੰਦੇ ਹਨ? ਪ੍ਰਿੰਸੀਪਲ ਐਕਸਿਸ, ਠੀਕ ਹੈ। ਪੀ ਪੁਆਇੰਟ ਹੋ ਗਿਆ ਪੋਲ ਸ਼ੀਰਸ਼, ਸੀ ਹੋ ਗਿਆ ਉਹਦਾ ਕੇਂਦਰ, ਆਰ ਹੋ ਗਿਆ ਉਹਦਾ ਰੇਡੀਅਸ, ਜਾਂ ਜਿਹਨੂੰ ਆਪਾਂ ਕਹਿੰਦੇ ਵਕਰਤਾ ਅਰਧ ਵਿਆਸ। ਜਿਹੜੀ ਲਾਈਨ ਪਾਸ ਕਰ ਰਹੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਜਿਹੜਾ ਪ੍ਰਿੰਸੀਪਲ ਐਕਸਿਸ। ਹੁਣ ਆਪਾਂ ਦੇਖੀਏ ਵੀ ਪ੍ਰਤੀਬਿੰਬ ਕਿਵੇਂ ਬਣਦੇ ਹਨ। ਉਹਨੂੰ ਵੇਖਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ, ਜੇ ਤੁਸੀਂ ਬੇਟਾ ਕਈ ਵਾਰੀ ਦੇਖੋ, ਆਪਾਂ ਜੇ ਇਹ ਵਾਲਾ ਦਰਪਣ ਹੱਥ 'ਚ ਫੜੀਏ, ਅਵਤਲ ਦਰਪਣ, ਠੀਕ ਹੈ, ਤੇ ਕੀ ਹੁੰਦਾ ਵਾ, ਜਿਵੇਂ ਦੇਖੋ ਆਪਣੇ ਕੋਲ ਅਵਤਲ ਦਰਪਣ ਹੈ, ਜਦੋਂ ਸੂਰਜ ਦੀਆਂ ਕਿਰਨਾਂ ਦੂਰੋਂ, ਸੂਰਜ ਆਪਣੇ ਤੋਂ ਬਹੁਤ ਦੂਰ ਆ, ਉਹਨਾਂ ਕਿਰਨ ਆਪਾਂ ਕੀ ਸਮਝਦੇ ਹਾਂ? ਉਹ ਕਹਿੰਦੀਆਂ ਸਮਾਂਤਰ। ਇਹ ਜਦੋਂ ਕਿਰਨਾਂ ਇਹ ਵਿੱਚੋਂ ਲੰਘ ਰਹੀ ਆ ਪ੍ਰਿੰਸੀਪਲ ਐਕਸਿਸ ਜਾਂ ਮੁੱਖ ਧੁਰਾ, ਜਦੋਂ ਇਹ ਕਿਰਨਾਂ ਆਉਂਦੀਆਂ ਹਨ ਤੇ ਦਰਪਣ ਤੇ ਵੱਜਦੀਆਂ ਹਨ, ਤੇ ਇੱਕ ਬਿੰਦੂ ਦੇ ਉੱਪਰ ਆਣ ਕੇ ਇਹ ਫੋਕਸ ਹੋ ਜਾਂਦੀਆਂ ਹਨ।
ਜਿਸ ਨੂੰ ਆਪਾਂ ਪੜਾਂਗੇ ਵੀ ਕੀ ਮੁੱਖ ਫੋਕਸ ਕਹਿੰਦੇ ਹਨ। ਤੇ ਇਸ ਜਗ੍ਹਾ ਮੰਨ ਲਓ ਇੱਥੇ ਕਾਗਜ਼ ਇੱਕ ਆਪਾਂ ਰੱਖਿਆ ਤੇ ਇਸ ਕਾਗਜ਼ ਦੇ ਇਸ ਪੁਆਇੰਟ ਦੇ ਉੱਪਰ ਟੈਂਪਰੇਚਰ ਜਾਂ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਏਗਾ, ਜਿਸ ਕਰਕੇ ਇਸ ਜਗ੍ਹਾ ਇਹਨੂੰ ਕੀ ਲੱਗ ਜਾਏਗੀ, ਅੱਗ ਲੱਗ ਜਾਏਗੀ। ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਮੰਨ ਲਓ ਜਿਵੇਂ ਇਹ ਇੱਕ ਆਪਣੇ ਕੋਲ ਕਿਹੜਾ ਹੈਗਾ, ਇਹ ਆਪਣੇ ਕੋਲ ਕਨਕੇਵ ਮਿਰਰ ਹੈ ਜਾਂ ਅਵਤਲ ਦਰਪਣ ਹੈ। ਇਹ ਕਿਰਨਾਂ ਆ ਰਹੀਆਂ ਨੇ ਅਨੰਤ, ਅਨੰਤ ਮਤਲਬ ਇਨਫਿਨਿਟੀ, ਯਾਨੀ ਕਿ ਬਹੁਤ ਦੂਰ। ਇਨਫਿਨਿਟੀ ਮੀਨਸ ਬਹੁਤ ਦੂਰੋਂ। ਜਦੋਂ ਇਹ ਪ੍ਰਕਾਸ਼ ਦਾ ਕਿਰਨਾਂ ਇੱਥੇ ਸਾਰੀਆਂ ਕਿਰਨਾਂ ਸਾਰੀਆਂ ਕੀ ਹਨ, ਪੈਰਲਲ ਜਾਂ ਸਮਾਂਤਰ। ਇਹ ਸਾਰੀਆਂ ਕਿਰਨਾਂ ਦਰਪਣ ਨਾਲ ਵੱਜ ਕੇ ਇੱਕ ਬਿੰਦੂ ਤੇ ਇਕੱਠੀਆਂ ਹੁੰਦੀਆਂ ਹੋ ਰਹੀਆਂ ਹਨ। ਇਸ ਨੂੰ ਕੀ ਕਹਿੰਦੇ ਹਨ, ਮੁੱਖ ਫੋਕਸ। ਇਹਨੂੰ ਕਿਰਨਾਂ ਲਿਖਿਆ ਜਾਂਦਾ ਹੈ ਐਫ ਨਾਲ। ਕੀ ਲਿਖਿਆ ਜਾਂਦਾ ਹੈ, ਐਫ ਨਾਲ। ਜਿੱਥੇ ਇਹ ਸਾਰੀਆਂ ਪ੍ਰਕਾਸ਼ ਦਾ ਕਿਰਨਾਂ ਇਕੱਠੀਆਂ ਹੋ ਕੇ ਵੱਜਦੀਆਂ ਹਨ, ਇਹ ਅਵਤਲ ਦਰਪਣ ਦਾ ਫੋਕਸ ਬਿੰਦੂ ਹੈ। ਠੀਕ ਹੈ। ਤੇ ਇਸ ਜਗ੍ਹਾ ਦੇ ਉੱਪਰ ਜਦੋਂ ਕਿਰਨਾਂ ਇਕੱਠੀਆਂ ਹੋ ਜਾਣਗੀਆਂ ਤਾਂ ਉੱਥੇ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਏਗਾ। ਦਰਪਣ ਦੀ ਸਥਿਤੀ ਤੋਂ ਜਿਹੜੀ ਪ੍ਰਤੀਬਿੰਬ ਦੀ ਦੂਰੀ ਜਿਹੜੀ ਆ ਆਪਾਂ ਜੇ ਗੱਲ ਕਰੀਏ ਤੇ ਦਰਪਣ ਦੀ ਲਗਭਗ ਫੋਕਸ ਦੂਰੀ, ਤੇ ਇਸ ਦੂਰੀ ਨੂੰ ਐਫ ਤੋਂ ਲੈ ਕੇ ਜਿਹੜਾ ਪੀ ਆ, ਜਿਹੜਾ ਆਪਣਾ ਸ਼ੀਰਸ਼ ਆ ਜਾਂ ਪੋਲ ਆ, ਇਸ ਦੀ ਦੂਰੀ ਨੂੰ ਕੀ ਕਹਿੰਦੇ ਹਨ, ਫੋਕਸ ਦੂਰੀ, ਜਾਂ ਇਹਨੂੰ ਕਿਹਾ ਜਾਂਦਾ ਹੈ ਫੋਕਲ ਲੈਂਥ। ਕੀ ਕਹਿੰਦੇ ਹਨ, ਫੋਕਲ ਲੈਂਥ। ਫੋਕਲ ਲੈਂਥ ਹੁੰਦਾ ਹੈ ਐਫ ਅਤੇ ਪੀ ਦੇ ਵਿਚਕਾਰ ਦੂਰੀ। ਇੱਕ ਪੁਆਇੰਟ ਆਪਾਂ ਪੜਿਆ ਸੀ ਸੀ ਸੈਂਟਰ, ਇੱਕ ਹੁਣ ਆਪਾਂ ਪੜਿਆ ਐਫ ਮੁੱਖ ਫੋਕਸ, ਇੱਕ ਆਪਾਂ ਪੜਿਆ ਪੀ ਸ਼ੀਰਸ਼। ਜਿਹੜੀ ਐਫ ਤੇ ਪੀ ਦੀ ਦੂਰੀ ਆ ਇਸ ਨੂੰ ਕੀ ਕਹਿੰਦੇ ਹਨ, ਫੋਕਸ ਦੂਰੀ ਜਾਂ ਫੋਕਲ ਲੈਂਥ। ਸੀ ਤੋਂ ਪੀ ਦੀ ਦੂਰੀ ਨੂੰ ਆਪਾਂ ਕੀ ਕਹਿੰਦੇ ਸੀ, ਆਰ ਜਾਂ ਰੇਡੀਅਸ। ਠੀਕ ਹੈ। ਤੇ ਇਹ ਚੀਜ਼ ਯਾਦ ਰੱਖਿਓ, ਜਿਹੜੀ ਫੋਕਲ ਲੈਂਥ ਹੈ ਇਹਨੂੰ ਆਪਾਂ ਛੋਟੇ ਐਫ ਨਾਲ ਲਿਖਦੇ ਹਾਂ। ਫੋਕਲ ਲੈਂਥ ਜੋ ਹੁੰਦੀ ਹੈ ਇਹ ਹਮੇਸ਼ਾ ਅਰਧ ਵਿਆਸ ਦੇ ਅੱਧ ਹੁੰਦੀ ਹੈ, ਯਾਨੀ ਕਿ ਰੇਡੀਅਸ ਦੇ ਅੱਧੀ। ਇਹ ਵੀ ਸਵਾਲ ਪੇਪਰ 'ਚ ਕਈ ਵਾਰ ਆਉਂਦਾ ਹੈ। ਮੰਨ ਲਓ ਕਿ ਕਿਸੇ ਦਰਪਣ ਦਾ ਰੇਡੀਅਸ ਜਿਹੜੀ ਹੈ 10 ਸੈਂਟੀਮੀਟਰ ਹੈ, ਤੇ ਉਹਦੀ ਫਿਰ ਜਿਹੜੀ ਫੋਕਲ ਲੈਂਥ ਹੈ ਜਾਂ ਫੋਕਸ ਦੂਰੀ ਫਿਰ ਕਿੰਨੀ ਹੋਵੇਗੀ। ਮੈਂ ਤੁਹਾਨੂੰ ਦੱਸਿਆ ਨੇ ਫੋਕਸ ਦੂਰੀ ਕੀ ਹੁੰਦੀ ਹੈ, ਆਰ ਦੇ ਅੱਧੀ, ਰੇਡੀਅਸ ਦੇ ਅੱਧੀ, ਤੇ 10 ਦੇ ਅੱਧੀ ਕਿੰਨੀ ਹੋਗੀ, 5 ਸੈਂਟੀਮੀਟਰ। ਗੱਲ ਸਮਝ ਲੱਗੀ। ਠੀਕ ਹੈ। ਇਹ ਸਾਰੀਆਂ ਜਿਹੜੀਆਂ ਕਿਰਨਾਂ ਜਿਹੜੀਆਂ ਦੂਰੋਂ ਆ ਰਹੀਆਂ ਨੇ, ਜਿਹੜੀਆਂ ਇਨਫਿਨਿਟੀ ਤੋਂ ਆ ਰਹੀਆਂ ਨੇ, ਇਹ ਸਾਰੀਆਂ ਕਿਰਨਾਂ ਕੀ ਹੁੰਦੀਆਂ, ਸਮਾਂਤਰ, ਇੱਕ ਦੂਜੇ ਦੇ ਬਰਾਬਰ। ਤੇ ਇਹ ਆਣ ਕੇ ਇੱਕ ਬਿੰਦੂ ਦੇ ਉੱਪਰ ਆਣ ਕੇ ਮਿਲਦੀਆਂ ਹਨ, ਜਿਸ ਨੂੰ ਐਫ ਜਾਂ ਫੋਕਸ ਆਪਾਂ ਕਹਿੰਦੇ ਹਾਂ। ਤੇ ਐਫ ਤੇ ਪੀ ਦੀ ਦੂਰੀ ਨੂੰ ਵੀ ਕਿਹਾ ਜਾਂਦਾ ਹੈ ਫੋਕਸ ਦੂਰੀ ਜਾਂ ਫੋਕਲ ਲੈਂਥ। ਇਸੇ ਤਰ੍ਹਾਂ ਹੀ ਜਿਹੜਾ ਉੱਤਲ ਦਰਪਣ ਹੈ, ਹੁਣ ਦੇਖੋ ਇਹ 'ਚ ਕਿਰਨਾਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਬਿੰਦੂ ਦੇ ਉੱਪਰ ਮਿਲਦੀਆਂ ਹਨ। ਇਹ ਵਸਤੂਆਂ ਉਹਨਾਂ ਰੇਖਾਵਾਂ ਨੂੰ ਇਕੱਠਾ ਕਰ ਦਿੰਦਾ ਹੈ। ਜਿਹੜਾ ਉੱਤਲ ਦਰਪਣ ਹੈ, ਇੱਥੇ ਜਦੋਂ ਪ੍ਰਕਾਸ਼ ਦਾ ਕਿਰਨਾਂ ਜਾਂ ਕਿਸੇ ਵਸਤੂ ਤੋਂ ਜਿਹੜੀ ਵਸਤੂ ਬਹੁਤ ਦੂਰ ਆ ਉੱਥੋਂ ਕਿਰਨਾਂ ਆਉਂਦੀਆਂ ਹਨ, ਆਣ ਕੇ ਟਕਰਾਉਂਦੀਆਂ ਹਨ, ਇਹ ਇਕੱਠੀਆਂ ਹੋਣ ਦੀ ਬਜਾਏ ਖਿਲਰ ਜਾਂਦੀਆਂ ਹਨ। ਆਹ ਦੇਖੋ ਇਹ ਸਾਰੀਆਂ ਖਿਲਰ ਗਈਆਂ। ਇਹਨਾਂ ਨੂੰ ਇਕੱਠੇ ਕਰਕੇ ਜਦੋਂ ਆਪਾਂ ਪਿੱਛੇ ਨੂੰ ਇਹਨਾਂ ਨੂੰ ਆਪਾਂ ਮਿਲਾਉਂਦੇ ਹਾਂ, ਇੱਕ ਬਿੰਦੂ ਦੇ ਉੱਪਰ ਆਣ ਕੇ ਮਿਲਦੀਆਂ ਹਨ। ਤੇ ਇਹ ਵੀ ਕੀ ਬਣਿਆ, ਇਹ ਉਹਦਾ ਐਫ ਯਾਨੀ ਕਿ ਮੁੱਖ ਫੋਕਸ ਬਣ ਗਿਆ। ਇਹਦੇ ਵਿੱਚ ਹੁਣ ਜਿਹੜਾ ਇਹ ਦਰਪਣ ਦੇ ਪਿਛਲੇ ਪਾਸੇ ਬਣਿਆ। ਠੀਕ ਹੈ। ਤੇ ਇਸ ਦੂਰੀ ਨੂੰ ਵੀ ਕੀ ਕਿਹਾ ਜਾਂਦਾ ਹੈ, ਕਿਆ ਇਸ ਨੂੰ ਵੀ ਫੋਕਸ ਦੂਰੀ ਹੀ ਜਾਂ ਫੋਕਲ ਲੈਂਥ ਹੀ ਜਾਂਦਾ ਹੈ, ਪਰ ਇਹ ਉਹਦੇ ਪਿਛਲੇ ਪਾਸੇ ਬਣੀ। ਤੇ ਇਹਦਾ ਦੇਖੋ ਹੁਣ ਆਹ ਦਰਪਣ ਆਪਾਂ ਪੂਰਾ ਕਰੀਏ ਤਾਂ ਗੋਲਾ ਇੱਧਰ ਨੂੰ ਬਣੇਗਾ, ਇਹਦਾ ਸੀ ਇਸ ਪਾਸੇ ਆ। ਠੀਕ ਹੈ। ਤੇ ਗੱਲ ਉਹੀ ਆ, ਇਹ ਫੋਕਲ ਲੈਂਥ ਐਫ ਆ, ਤੇ ਪੀ ਤੇ ਸੀ ਦੀ ਦੂਰੀ ਨੂੰ ਆਪਾਂ ਕੀ ਕਿਹਾ ਸੀ, ਆਰ ਹੈ। ਜਿਹੜਾ ਵਾ ਆਰ ਜਿਹੜਾ ਵਾ 2F ਦੇ ਬਰਾਬਰ ਆ, ਜਾਂ ਐਫ ਕਿਹਦੇ ਬਰਾਬਰ ਆ, R/2 ਦੇ ਬਰਾਬਰ। ਪਰ ਜਿਹੜਾ ਹੁਣ ਆਪਾਂ ਜੇ ਇੱਥੇ ਗੱਲ ਕਰਨ ਦੀ ਸਮਝੀ ਕੋਸ਼ਿਸ਼ ਕਰੀਏ ਵੀ ਜਿਹੜਾ ਅਵਤਲ ਦਰਪਣ ਆ ਉਹਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਵੀ ਵਾਸਤਵਿਕ ਅਸਲ ਵਿੱਚ ਕਿਰਨਾਂ ਆਣ ਕੇ ਮਿਲਦੀਆਂ ਪਈਆਂ ਹਨ। ਠੀਕ ਹੈ। ਪਰ ਉੱਤਲ ਦਰਪਣ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਰਿਹਾ ਕਿ ਕਿਰਨਾਂ ਮਿਲਦੀਆਂ ਨਹੀਂ ਪਈਆਂ, ਪਰ ਆਪਾਂ ਕਿਰਨਾਂ ਨੂੰ ਮਿਲਾਇਆ ਹੈ, ਇਹ ਵਰਚੁਅਲ ਹੈ। ਠੀਕ ਹੈ। ਇਹ ਯਾਨੀ ਕਿ ਰੀਅਲ, ਜਿੱਥੇ ਕਿਰਨਾਂ ਆਪਸ ਆਣ ਕੇ ਸੱਚੀ ਮੁੱਚੀ ਮਿਲਦੀਆਂ ਹਨ ਰੀਅਲ, ਇੱਥੇ ਕਿਰਨਾਂ ਨਹੀਂ ਮਿਲਦੀਆਂ, ਇਹ ਕੀ ਹੋ ਗਿਆ, ਵਰਚੁਅਲ। ਗੱਲ ਸਮਝ ਲੱਗੀ। ਠੀਕ ਹੈ। ਤੇ ਇਹਨੂੰ ਆਪਾਂ ਵੈਸੇ ਜਿਹੜਾ ਕਨਕੇਵ ਮਿਰਰ ਆ ਇਹਨੂੰ ਆਪਾਂ ਕਹਿੰਦੇ ਆ ਕਨਵਰਜਿੰਗ ਮਿਰਰ। ਇਹ ਪ੍ਰਕਾਸ਼ ਦੇ ਕਿਰਨਾਂ ਨੂੰ ਇੱਕ ਬਿੰਦੂ ਦੇ ਉੱਪਰ ਇਕੱਠਾ ਕਰਦਾ ਪਿਆ, ਕਨਵਰਜਿੰਗ ਮਿਰਰ। ਅਵਤਲ ਦਰਪਣ ਨੂੰ ਕੀ ਕਿਹਾ ਜਾਂਦਾ ਹੈ, ਜਾਂ ਕਨਕੇਵ ਮਿਰਰ ਨੂੰ ਕੀ ਕਿਹਾ ਜਾਂਦਾ ਹੈ, ਕਨਵਰਜਿੰਗ ਮਿਰਰ। ਤੇ ਜਿਹੜਾ ਉੱਤਲ ਦਰਪਣ ਹੈ ਇਸ ਨੂੰ ਕਿਹਾ ਜਾਂਦਾ ਹੈ ਡਾਇਵਰਜਿੰਗ ਮਿਰਰ। ਡਾਇਵਰਜਿੰਗ ਮਿਰਰ ਕਿਉਂ, ਕਿਉਂਕਿ ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਖਿਲਾਰਦਾ ਹੈ। ਇੱਕ ਦੇਖੋ ਪ੍ਰਕਾਸ਼ ਦੀਆਂ ਕਿਰਨਾਂ ਇੱਕ ਦੂਜੇ ਤੋਂ ਕੀ ਹੋ ਰਹੀਆਂ ਹਨ, ਇੱਕ ਦੂਜੇ ਤੋਂ ਦੂਰ ਜਾ ਰਹੀਆਂ ਹਨ, ਇਸ ਕਰਕੇ ਇਸ ਨੂੰ ਆਪਾਂ ਡਾਇਵਰਜਿੰਗ ਮਿਰਰ ਜਿਹੜਾ ਉਹ ਕਹਿੰਦੇ ਹਾਂ। ਹੁਣ ਤੁਹਾਨੂੰ ਮੈਂ ਆਰ ਬਾਰੇ ਵੀ ਦੱਸਤਾ
एफ बारे भी दसता, आर ते एफ का रिलेशन भी दसता। थोड़े बता दिता आर बराबर किहदे आ 2F दे, या एफ किहदे बराबर है आर बटा 2 दे। फोकस दूरी हमेशा अर्ध व्यास जी अपनी वक्रता अर्ध व्यास है उसकी हमेशा अर्ध होंगी है। क्लीयर। मुख फोकस बारे आप समझ लिया। मुख फोकस वो बिंदु है जिथे प्रकाश का किरणा जान ते मिलदियां हन, जिवें अवतल दर्पण च ते उत्तल दर्पण विच जिथे वो मिलदियां नहीं पर जिथे उन्होंने मिलाया जाता है उसनूं आपां मुख फोकस जिहड़ा वो कहने आ। हुण गल आ गई गोलाकार दर्पण द्वारा प्रतिबिंब बनना। गोलाकार दर्पण द्वारा प्रतिबिंब बनना। हुण आपां पढ़ना वा भी जदों आपां वस्तु नूं दर्पण दे अगे रखदे हां ਉਹਦਾ प्रतिबिंब कित्थे बनेगा, ਉਹਦੀ प्रकृति की होगी। पहले आप चीज़ देखांगे प्रकृति मीनस ਉਹਦਾ नेचर किस तरह आप कहांगे भी जिहड़ा इमेज बनेगा प्रतिबिंब बनेगा ये रियल बनेगा कि वर्चुअल। वर्चुअल आप क्या सी आभासी, रियल की हुंदा वास्तविक। वो वास्तविक होगा यानी कि रियल होगा या वर्चुअल यानी कि आभासी होगा। पहली चीज़। दूजी हुंदा स्थिति भी वो बनेगा कित्थे, ਉਹਦੀ पोजीशन की होगी, इमेज की पोजीशन की होगी, प्रतिबिंब कित्थे जाके बनेगा, रियल बनेगा कि वर्चुअल बनेगा, ਉਹਦੀ पोजीशन की होगी। तीजी चीज होंगी ਉਹਦਾ साइज की होगा, ਜਿਹੜਾ प्रतिबिंब है ਉਹਦਾ साइज की होगा। साइज मतलब किस तरह प्रतिबिंब ਜਿਹੜਾ ਵਾ ਇਹ ਉਸ ਤੋਂ ਵੱਡਾ ਵੀ ਹੋ ਸਕਦਾ ਜਿਹਨੂੰ ਆਪਾਂ ਕੀ ਕਹਿੰਦੇ ਆ एनलार्ज ਜਾਂ मैग्नीफाइड, ਉਹ ਛੋਟਾ ਵੀ ਹੋ ਸਕਦਾ ਜਿਹਨੂੰ ਆਪਾਂ डिमिनिश्ड ਕਹਿ ਦਿੰਦੇ ਆ ਜਾਂ ਸਮੌਲ, ਤੇ ਉਹ ਸਾਈਜ਼ ਬਰਾਬਰ ਹੀ ਹੋ ਸਕਦਾ यानी कि सेम साइज भी हो सकता। गल समझ लगी। यानी कि प्रतिबिंब जिहड़ा वा वो किस तरह बनेगा, छोटा वड्डा बनेगा ਜਾਂ बराबर साइज का बनेगा। ये आपां चीज़ां देखनियां। ਜਦੋਂ ਆਪਾਂ ਵਸਤੂ ਨੂੰ ਦਰਪਣ ਦੇ ਅੱਗੇ ਰੱਖਦੇ ਹਾਂ ਉਹਦਾ ਪ੍ਰਤੀਬਿੰਬ ਤੇ ਤੁਹਾਨੂੰ ਪਤਾ बनना ही बनना है। ਉਹ ਪ੍ਰਤੀਬਿੰਬ ਦੀ ਪ੍ਰਕਿਰਤੀ ਕੀ ਹੋਵੇਗੀ, ਰੀਅਲ ਹੋਵੇਗਾ ਕਿ यानी कि वास्तविक कि वर्चुअल। रियल बेटा उदों बनता वा जो प्रकाश का किरणा एक बिंदु पर आन के मिलदियां हैं ते जो आपां उन्हां नूं मिलाउने हाँ उदों वो वर्चुअल। इस तरह ही उहदी पोजीशन वो कित्थे बनेगा, ठीक है। ते तीसरा वो जिहड़ा साइज की होवेगा, उहदा आकार की होवेगा, छोटा होवेगा वड्डा होवेगा कि सेम साइज होवेगा, छोटा वड्डा या सेम साइज होवेगा। इस नूं आपां हुण समझण दी कोशिश करांगे। वस्तु की वक्री वक्री स्थिति लैके तो वह प्रतिबिंब कित्थे कित्थे बनता है। सब तो पहला आप पढ़ांगे अवतल दर्पण यानी कि कनकेव मिरर दे विच। वैसे तुहानूं पहले मैं दसदा भी जदों ये प्रकाश दा किरणां जांदियां हन ते ये किवें किवें मिलदियां हन, उहनूं पहलां आपां समझण दी कोशिश करिए। सब तो पहलों जदों कोई प्रकाश की किरण समांतर आउंदी है ते दर्पण के उपर आण के वजदी है। जे अवतल दर्पण वो हमेशा कित्थों निकलदी है, फोकस तो। ਜਦੋਂ कोई प्रकाश की किरण समांतर होगी तो वह कित्थों निकलेगी, फोकस तो। जिवें देखो इत्थे समांतर किरण आई मुड़ के वापस चलेगी क्योंकि आपां क्या डिवर्जिंग है, तो जो आपां नूं वापस मिलाया तो कित्थे आण के मिली, फोकस ते। गल समझ लगी। पहला पॉइंट होंदा है कि जिहड़ी कोई प्रकाश की किरण जिहड़ी पैरलल आ रही है, समतल आ रही है, ये मुख फोकस दे विचों लंघनी है। ये पहला रूल है। सैकेंड रूल है जदों कोई प्रकाश की किरण फोकस तो लंघ रही होवे वो दर्पण नूं वज के की हो जाती है, समांतर मतलब पैरलल। पहले तो उल्ट जे पैरलल आ रही है तो फोकस तो लंघदी है, तो जे फोकस तो लंघे तो वज के की हो जाएगी, पैरलल। जिवें देखो आ प्रकाश की किरण आ रही, ठीक है, इन्ने जे सीधी जाती तो कित्थों लंघना सी, फोकस तो, ते ये वज के की होगी इधर चली गई। पर ये की आ मुख धुरा दे जां प्रिंसीपल एक्सिस आ, प्रिंसीपल एक्सिस आ इहदे बारे पढ़ चुके आपां, ये की होगी पैरलल। तीसरा पॉइंट होंदा, तीसरा रूल है जिहड़ी प्रकाश की किरण सी तो निकलती है यानी कि सेंटर ऑफ करवेचर, जोड़ा आप कहा वक्रता जोड़ा अर्ध व्यास पॉइंट एक तन याद हो जे आप दर्पण कि हिस्सा गोले का सेंटर, ठीक है। उस चो जो लंघती है तो ये जिधर नूं गई है उस ही पथ से वापस इधर नूं गई, देखो इधर नूं जा रही है तो इधर ही वापस हो गई। जे आप इत्थे देखिए तो इधर नूं गई तो उधर नूं ही वापस हो गई। इन्हूं आपां की कहने आ, ये जो अपने कोलों तीन आपां जिन्हों ये तीन रूल हैं, इहो ही रूल जिहड़े तिन्ने रूल तुहाडे जिन्हों आपां डायग्राम ड्रॉ करांगे इहो ही रूल चलने हैं। इन्हूं आपां इस तरह भी समझांगे, इन्हूं आपां टेबल की फॉर्म दे विच भी नाल दी नाल समझण की कोशिश करांगे।
सब तो पहला है जदों वस्तु अनंत ते है। अनंत मीनस ऑब्जेक्ट इज एट इनफिनिटी। ये बड़ा बहुत इंपॉर्टेंट है, इन्होंने ध्यान नाल समझना कल्ले कल्ले डायग्राम नूं। जदों ऑब्जेक्ट कित्थे है अनंत ते इनफिनिटी ते। हुण मान लो कोई ऑब्जेक्ट इनफिनिटी ते, मैं तुहानूं पहिलों पढ़िया सी कि जदों कोई इनफिनिटी हुंदा है अनंत ते जिहड़ियां रेखावां आ रहीआं आपां उहनूं की कहने पैरलल जां समांतर। ये दोवें ते जदों कोई समांतर रेखा आउंदी है ये कित्थों निकलदी है फोकस तो, यानी कि दोवें रेखावां कित्थे आण के मिलणगीਆਂ एफ ते फोकस ते। गल समझ लगी ना। ये फोकस पॉइंट वैसे कित्थे आंदा प्रिंसीपल एक्सिस दे उपर बनिया। जदों दो रेखावां पैरलल आ रहीआं हन ते कित्थे आण के मिलियां फोकस ते। ठीक है, जिहड़ा इहदा इमेज बनेगा जिहड़ा प्रतिबिंब बनेगा ये बहुत ही छोटा, जिन्हों आपां कहने बहुत ही छोटा जां इहनूं आपां इंग्लिश कह दिंदे आ पॉइंट साइज बन रहा। ठीक है, ये तुहानूं पता ही आ किरणां आपस च आण के मिलदियां पईआं हन। ठीक है, तो जो किरणां आपस आण के सच्ची मुच्ची असल च मिलन तो किहड़ा इमेज बनता रियल यानी कि वास्तविक। ते नाले की बनता तो रियल इमेज जिहड़ा हुंदा ना बेटा ये हमेशा उल्टा हुंदा जी, इनवर्टड हुंदा जी। इनवर्टड उल्टे नूं आपां की कहने आ इनवर्टड। आपां पढ़ चुके हैं भी जां सीधा बनता, मतलब उत्थे कराया सी पिछे जे आपां हुणे पढ़िया सी भी वर्चुअल पढ़ते सी पोजीशन पढ़ते सी ते फिर जां वो बनता वा सीधा जिन्हों कहने इरैक्ट ते जां बनता वो पुट्ठा जिन्हों आ देखो जे आपां पढ़ीए जदों वस्तु कित्थे आ अनंत ते, अनंत मीन इनफिनिटी ते, प्रतिबिंब कित्थे बनिया एफ ते फोकस ते। ਉਹਦਾ आकार की आ बहुत छोटा, मतलब की क्या पॉइंट साइज ते प्रतिबिंब की स्थिति की बनी वास्तविक। वास्तविक का मतलब रियल ते रियल इमेज तुहानूं क्या हमेशा की हुंदा वा उल्टा, उल्टा मीन इनवर्टड। ये तो होगा पहला पॉइंट, समझ लगी गल दी। ये तो होगा पहला केस। हुण आ जी आपां सैकेंड केस ते। हाँ जी, ये आ गया सैकेंड केस। हुण आपां जे सैकेंड केस नूं समझण दी कोशिश करिए। हुण सैकेंड देखो इह च की कीता वस्तु जिहड़ा है ये अनंत तो अगे आ गया, यानी कि आपां नूं कह दईए बियॉन्ड सी दे पिछे। सी की सी भला तो मैं दस्सिया वा टेबल दे देखो सी तो परे। ठीक है, वक्रता केंद्र जो है जिहड़ा गोले का केंद्र है जिस गोले तो ये दर्पण बनया है, जो आप दर्पण पूरा मिला दें ये गोला बन जाता ना, ये गोले का केंद्र आ। हुण वस्तु कित्थे पई आ सी तो परे बियॉन्ड सी। हुण इह च की होया एक रेखा गई समांतर पैरलल, पैरलल रेखा कित्थों पास की आपां पढ़िया फोकस तो। दूजी रेखा गई सी चों, मैं दस्सिया जिहड़ी रेखा सी चों जाती है वो जिधर जाती है उस रस्ते ते वापस आ जाती है। ये दोवें इत्थे आण के मिलियां ते आ बन गया इहदा प्रतिबिंब जिहड़ा ए डैश बी डैश, जिहड़ा थल्ले नूं बनिया है जिहनूं आपां ए डैश ते बी डैश किया। देखो तुसीं फोटो 'च ही देख सकते जे आपां नूं स्थिति तो पता लगी कित्थे बनिया है सी अते एफ दे विचकार। प्रतिबिंब कित्थे बनिया है बिटवीन सी एंड एफ। तो तुसीं देखो जे तुसीं ये डायग्राम पूरा बनाओगे सीधा स्केल यूज करके प्रकार यूज करके, तुसीं इत्थे देखो वस्तु का आकार वड्डा है ते प्रतिबिंब का आकार की है छोटा। वैसे ही पता लगन दिया वेख के, यानी कि जिहड़ा साइज होवेगा इमेज का ये की हो गया छोटा जां डिमिनिश्ड। ते तीसरा ये आपां हुणे पढ़िया वा भी जदों किरणां आण के आपस में मिलदियां हन तो प्रतिबिंब की बनता है रियल यानी कि वास्तविक। ते रियल हमेशा की हुंदा है इनवर्टड। तुहानूं वैसे भी पता लगन दिया देखो वस्तु पई उपर नूं इस लाइन तो तां नूं, इहदा उपर नूं सिर मान लो उपर नूं ते इधर नूं पैर, जिहड़ा प्रतिबिंब बनिया ये इस तरह करके बनिया उल्टा यानी कि इनवर्टड। कहण दा मतलब टेबल देखो, टेबल जो उन्होंने दिता वा आ देखो जदों वस्तु सी तो परे है बियॉन्ड सी कित्थे बनिया एफ ते सी दे विचकार छोटा, छोटा मीनस डिमिनिश्ड। वास्तविक, वास्तविक मीनस होने पड़े आपां रियल ते रियल ते वैसे भी जो हुंदा है डायग्राम भी तुसीं देखिया रियल इमेज हमेशा की हुंदा है इनवर्टड। याद रखो रियल इमेज इज ऑलवेज इनवर्टड। क्लीयर।
तीसरा केस आ गया, हुण आपां कर रहे हैं, आपां वस्तु नूं अगे अगे लैके जा रहे हैं। पहलों वस्तु सी बहुत दूर अनंत ते इनफिनिटी ते, दूजी वारी वस्तु आ गई बियॉन्ड सी दे पिछले पासे। ठीक है, हाले दोवें वारी प्रतिबिंब छोटा बन रहा, पहली वारी तो बहुत छोटा सी, दूजी वारी छोटा सी, रियल बनता पिया ते इनवर्टेड बनता पिया। तीसरा केस आ गया जदों वस्तु कित्थे पई आ सी ते। हुण देखो आ भला देखो थर्ड केस, वस्तु कित्थे पई सी ते, आ वस्तु है ए बी, एक रेखा गई समांतर, कित्थों नंगी आ समांतर रेखा गई, कित्थों नंगी फोकस तो, दूजी नंगी फोकस तो, की होगा समांतर, ये कित्थे आन के मिली बिल्कुल सी ते ही, यानी कि जदों वस्तु ऑब्जेक्ट कित्थे पिया सी ते, इमेज भी कित्थे बनिया सी ते, साइज सेम बराबर आकार, वस्तु का ते प्रतिबिंब का आकार बिल्कुल बराबर, ते जदों ये आन के वजी आ ते इमेज की बनेगा रियल, अपन पढ़ा जो किरणा आपस च आन के मिलदियां हैं तो की बनता रियल, ते रियल की हुंदा है इनवर्टेड। जे हुण आपां गल समझ ली, रियल इमेज इज ऑलवेज इनवर्टेड, यानी कि जदों वस्तु सी ते आई प्रतिबिंब भी सी ते बनया, रियल आ ते इनवर्टेड आ ते साइज सेम है। ਇਹੋ चीज़ां आपां देखनी, आकार किहो जिहा होवेगा, ਉਹਦਾ नेचर ते सीधा के पुट्ठा बनता। चौथा केस आ गया, हुण मैं क्या वस्तु अपन अगे नूं लई जा रहे हैं, पहलों दूर सी फिर सी तो पिछों आई, हुण सी ते आ गई, हुण सी ते एफ दे विचकार आ जाएगी। हुण आ देखो वस्तु पई सी ते एफ दे विचकार, बिटवीन सी एंड एफ, एक रेखा गई समांतर, समांतर कित्थों लंघेगी फोकस चों, आ फोकस चों लंघी, दूजी रेखा लंघी सी तो, जिहड़ी सी तो मैं कहा लंघदी है, ये वापस उधर ही जाती है, वज के फिर वापस उधरों आ गई, ये दोवें आन के कित्थे मिलियां हुण सी तो पिछे, यानी कि जदों वस्तु एफ अते सी दे विचकार है, इमेज कित्थे बनिया सी तो पिछे बियॉन्ड सी, इधर बन गया बियॉन्ड सी। हुण देखो इत्थे वस्तु छोटी सी बहुत, प्रतिबिंब उहदे मुकाबले बड़ा बन गया, यानी कि प्रतिबिंब की बन गया एनलार्ज्ड, साइज वड्डा होना शुरू हो गया। जदों वस्तु दूर सी प्रतिबिंब छोटा सी, हुण वस्तु दर्पण दे लागे लागे जाण डी आ, प्रतिबिंब दूर गई जाण डिया पर वड्डा होई जाण डिया नाल नाल। ठीक है, लार्ज हो गया तो रियल तो है ही आ, तो जे रियल होगा तो फिर इनवर्टेड भी है ही है, यानी कि वास्तविक तो उल्टा। जो आप टेबल च देखिए, चौथा पॉइंट देखो टेबल दे विच, तुहानूं नाल समझ लग जाएगी सारी। देखो चौथा पॉइंट की आ, वस्तु कित्थे आ सी अते एफ दे विचकार, कित्थे बनिया सी तो परे वड्डा बनना शुरू हो गया, तो वास्तविक अते उल्टा बन गया। हुण पंजवां अपने को डायग्राम आ गया, हुण वस्तु कित्थे आवेगी एफ ते, ਹੁਣ ਆਪਾਂ ਪੰਜਵੇਂ ਫਿਗਰ ਵਿੱਚ ਆ ਗਏ, ਇਸ ਫਿਗਰ ਦੇ ਆਪਾਂ ਦੇਖੀਏ ਤੇ ਹੁਣ ਵਸਤੂ ਕਿੱਥੇ ਆ ਗਈ ਐਫ ਤੇ। ਹੁਣ ਤੁਹਾਨੂੰ ਪਤਾ ਹੀ ਇਹ ਵੀ ਆਪਾਂ ਰੂਲ ਪੜ੍ਹ ਚੁੱਕੇ ਹਾਂ, ਜਦੋਂ ਐਫ ਤੇ ਪਈ ਹੁੰਦੀ ਆ ਰੇਖਾ ਗਈ ਸਮਾਂਤਰ, ਸਮਾਂਤਰ ਕਿੱਥੋਂ ਨਿਕਲਦੀ ਫੋਕਸ ਤੋਂ, ਦੂਜੀ ਨਿਕਲੀ ਸੀ ਤੋਂ, ਵੱਜ ਕੇ ਵਾਪਸ ਉਧਰ ਚਲੀ ਗਈ। ਹੁਣ ਦੇਖੋ ਇੱਥੇ ਕਿਰਨਾਂ ਆਪਸ 'ਚ ਮਿਲਦੀਆਂ ਨਹੀਂ, ਪਰ ਆਪਾਂ ਇਹਨੂੰ ਜੇ ਅੱਗੇ ਅੱਗੇ ਲਈ ਜਾਵਾਂਗੇ ਤੇ ਇਹ ਕਿਸੇ ਨਾ ਕਿਸੇ ਜਗ੍ਹਾ ਦੇ ਉੱਪਰ ਆਣ ਕੇ ਮਿਲਣਗੀਆਂ। ਕਿੱਥੇ ਜਾ ਕੇ ਮਿਲਣਗੀਆਂ ਇਨਫਿਨਿਟੀ ਤੇ, ਅਨੰਤ ਤੇ। ਹੁਣ ਦੀ ਪਹਿਲੀ ਫੋਟੋ ਦੁਬਾਰਾ ਪਹਿਲਾਂ ਵੇਖੋ, ਜਦੋਂ ਵਸਤੂ ਇਨਫਿਨਿਟੀ ਤੇ ਸੀ प्रतिबिंब कित्थे बनिया सी फोकस ते, ते हुण जदों वस्तु फोकस ते आ ते प्रतिबिंब कित्थे बनेगा इनफिनिटी दे बनेगा बहुत दूर। ते ये जदों हुण देखो मैं कहना भी जदों वस्तु अगे जांदी आ प्रतिबिंब दूर हो जाता, जदों प्रतिबिंब दूर हो गया तो की बन जाएगा हाईली एनलार्ज, बहुत वड्डा बनता पिया, हाईली एनलार्ज बहुत वड्डा रियल, क्योंकि किरणां मिलनियां ते इनवर्टेड उल्टा बनता पिया। ते लास्ट ते छेवां केस हुंदा वा जदों वस्तु एफ ते पी दे विचकार आ गई, हुण दर्पण तो बिल्कुल लागे आ गया। हुण जदों ये आ गई एक रेखा गई, ठीक है, वो वजी सी तो, सी तो वज के उधर वापस चली गई, दूजी जिहड़ी रेखा वा वो अबलीकली एक कोण दे उपर जाके पी ते वजी, जिस कोण ते वजेगी उसे कोण च ही मुड़ेगी। आपां पढ़ चुके हैं कोण बराबर हुंदा, आपाती किरण ते परिवर्तित किरण दा कोण बराबर हुंदा। ਇਹ ਦੋ ਰੇਖਾਵਾਂ ਆਪਸ 'ਚ ਕਦੀ ਮਿਲਣੀਆਂ ਨਹੀਂ, ਇਹ ਇੱਧਰ ਨੂੰ ਜਾ ਰਹੀ ਆ, ਇਹ ਇੱਧਰ ਨੂੰ ਜਾ ਰਹੀ ਆ। ਇਹਨੂੰ ਆਪਾਂ ਕਰਾਂਗੇ, ਇਹਨੂੰ ਆਪਾਂ ਪਿੱਛੇ ਨੂੰ ਲੈ ਜਾਵਾਂਗੇ, ਕਿੱਧਰ ਲੈ ਜਾਵਾਂਗੇ ਪਿੱਛੇ ਨੂੰ ਆਣ ਕੇ ਇੱਕ ਬਿੰਦੂ ਦੇ ਉੱਪਰ ਆਣ ਕੇ ਮਿਲਦੀਆਂ, ਤੇ ਇਹ ਇਹਦਾ ਬਣ ਗਿਆ ਪ੍ਰਤੀਬਿੰਬ। ਸਿਰਫ ਇੱਕ ਇਹੋ ਹੀ ਕੇਸ ਹੈ ਜਿਸ ਵਿੱਚ ਜਿਹੜਾ ਪ੍ਰਤੀਬਿੰਬ ਬਣਦਾ ਹੈ ਇਹ ਕੀ ਬਣਦਾ ਹੈ ਐਨਲਾਰਜ, ਕੀ ਬਣਦਾ ਪ੍ਰਤੀਬਿੰਬ एनलार्ज बन रहा, हाईली एनलार्ज नहीं, बहुत वड्डा नहीं पर वड्डा बनता पिया। ते दर्पण के पिछले पासे बिहाइंड द मिरर, बिहाइंड द मिरर, मिरर के पिछले पासे वड्डा
ਤੇ ਇੱਥੇ ਦੇਖੋ ਤੁਸੀਂ ਹੁਣ ਇਹ 'ਚ ਕਿਰਨਾਂ ਮਿਲੀਆਂ ਨਹੀਂ ਆ, ਆਪਾਂ ਨੂੰ ਮਿਲਾਇਆ ਵਾ। ਜੇ ਆਪਾਂ ਮਿਲਾਵਾਂਗੇ ਤਾਂ ਕਿਹੜਾ ਇਮੇਜ ਬਣੇਗਾ? ਵਰਚੁਅਲ, ਯਾਨੀ ਕਿ ਆਭਾਸੀ, ਜਿਹਨੂੰ ਆਪਾਂ ਕਹਿੰਦੇ ਝੂਠਾ। ਤੇ ਜਿਹੜਾ ਵਰਚੁਅਲ ਇਮੇਜ ਹੁੰਦਾ ਵਾ ਇਹ ਹਮੇਸ਼ਾ ਇਰੈਕਟ ਹੁੰਦਾ। ਇਰੈਕਟ ਮੀਨਸ ਸਿੱਧਾ। ਜਿਵੇਂ ਰੀਅਲ ਇਮੇਜ ਹਮੇਸ਼ਾ ਕੀ ਸੀ? ਪੁੱਠਾ ਸੀ, ਇਨਵਰਟਡ ਸੀ। ਉਸ ਤਰ੍ਹਾਂ ਵਰਚੁਅਲ ਇਮੇਜ ਹਮੇਸ਼ਾ ਸਿੱਧਾ ਬਣਦਾ ਹੈ, ਯਾਨੀ ਕਿ ਇਰੈਕਟ ਬਣਦਾ। ਸਿਰਫ ਇੱਕ ਹੀ ਕੇਸ ਆ ਕਨਕੇਵ ਮਿਰਰ ਦੇ ਵਿੱਚ ਜਾਂ ਅਵਤਲ ਦਰਪਣ, ਸਿਰਫ ਇੱਕੋ ਹੀ ਕੇਸ ਆ ਜਦੋਂ ਵਸਤੂ F ਅਤੇ P ਦੇ ਵਿਚਕਾਰ ਹੁੰਦੀ ਹੈ। ਉਦੋਂ ਜਿਹੜਾ ਹੈ ਪ੍ਰਤੀਬਿੰਬ ਜਿਹੜਾ ਹੈ ਇਹ ਮਿਰਰ ਦੇ ਪਿਛਲੇ ਪਾਸੇ ਬਣਦਾ ਹੈ, ਵਰਚੁਅਲ ਹੁੰਦਾ ਹੈ ਤੇ ਸਿੱਧਾ ਬਣਦਾ ਹੈ। ਤੇ ਇਹਨਾਂ ਚੀਜ਼ਾਂ ਦੇ ਆਪਾਂ ਜਦੋਂ ਉਪਯੋਗ ਪੜ੍ਹਦੇ ਹਾਂ, ਅਵਤਲ ਦਰਪਣ ਕਿੱਥੇ ਕਿੱਥੇ ਵਰਤਦੇ ਆ, ਕਨਕੇਵ ਮਿਰਰ ਕਿੱਥੇ ਕਿੱਥੇ ਵਰਤਦੇ ਹਨ। ਕਨਕੇਵ ਮਿਰਰ ਦੀ ਵਰਤੋਂ ਟਾਰਚ, ਸਰਚ ਲਾਈਟਾਂ ਵਿੱਚ। ਸਰਚ ਲਾਈਟਾਂ ਕਿਸ ਤਰ੍ਹਾਂ, ਮਤਲਬ ਉਹਨਾਂ ਦਰਪਣ ਆ, ਠੀਕ ਆ। ਇੱਥੇ ਜਿਹੜੀ ਜਿਹੜਾ ਆਪਾਂ ਤੁਹਾਨੂੰ ਹੁਣੇ ਪੜ੍ਹਿਆ ਪਾਣ ਕੇ ਵੀ ਜਿਹੜੀਆਂ ਲਾਈਟ ਹੁੰਦਾ ਵਾ, ਲਾਈਟ ਜਦੋਂ ਪੈ ਰਹੀ ਆ ਤਾਂ ਲਾਈਟ ਖਿਲਰਦੀ ਆ, ਠੀਕ ਆ, ਜਾਂ ਕਿ ਜ਼ਿਆਦਾ ਦੂਰ ਤੱਕ ਆਪਾਂ ਦੇਖ ਦਾਂਗੇ। ਸਰਚ ਲਾਈਟਾਂ ਵਿੱਚ ਵਾਹਨ ਦੀਆਂ ਹੈਡ ਲਾਈਟਾਂ, ਠੀਕ ਆ। ਪ੍ਰਕਾਸ਼ ਦਾ ਸ਼ਕਤੀਸ਼ਾਲੀ ਸਮਾਨਾਂਤਰ ਪੁੰਜ ਪ੍ਰਾਪਤ ਕਰਨਾ। ਚਿਹਰੇ ਦਾ ਵੱਡਾ ਪ੍ਰਤੀਬਿੰਬ, ਜਿਹਨੂੰ ਆਪਾਂ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈਗੀ ਇਹਦੀ ਸ਼ੇਵਿੰਗ ਮਿਰਰ। ਜਿਹੜਾ ਸ਼ੇਵਿੰਗ ਮਿਰਰ ਆ, ਉਹ ਸ਼ੇਵਿੰਗ ਮਿਰਰ 'ਚ ਕੀ ਹੁੰਦਾ ਵਾ, ਵਸਤੂ ਨੂੰ F ਅਤੇ P ਦੇ ਵਿਚਕਾਰ ਜਦੋਂ ਬੰਦਾ ਬੈਠਦਾ ਸ਼ੇਵ ਕਰਨ ਲਈ, F ਅਤੇ P ਦੇ ਵਿਚਕਾਰ ਬੈਠਦਾ ਤੇ ਉਹਦਾ ਜਿਹੜਾ ਵੱਡਾ ਪ੍ਰਤੀਬਿੰਬ ਬਣਦਾ ਵਾ। ਤੇ ਛੋਟਾ ਛੋਟਾ ਜਿਹੜਾ ਵਾਲ ਆ, ਚਿਹਰੇ ਦਾ ਵਾਲ, ਉਹ ਵੀ ਦਿਖਾਈ ਦਿੰਦਾ। ਤੇ ਫਿਰ ਦੰਦਾਂ ਦੇ ਡਾਕਟਰ ਉਹ ਵੀ ਇਹਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਇਸ ਦਰਪਣ ਦੀ ਮਦਦ ਨਾਲ ਦੰਦਾਂ ਵਿੱਚ ਮੰਨ ਲਓ ਕੋਈ ਛੋਟਾ ਜਿਹਾ ਕੋਈ ਚੀਜ਼ ਆ, ਕੁਝ ਉਹਨੂੰ ਵੱਡਾ ਪ੍ਰਤੀਬਿੰਬ ਵੇਖਣ ਦੇ ਲਈ ਵੀ ਇਸ ਚੀਜ਼ ਦੀ ਮਦਦ ਕਰਦੇ ਹਨ। ਸੂਰਜ ਭੱਠੀਆਂ ਵਿੱਚ, ਜਿਵੇਂ ਆਪਾਂ ਕਹਿੰਦੇ ਸੋਲਰ ਕੁੱਕਰ ਆ, ਹੁਣ ਸੋਲਰ ਕੁੱਕਰ ਉੱਤੇ ਆਪਾਂ ਚਾਹੁੰਦੇ ਪਾਣੀ ਗਰਮ ਆ, ਉਹ 'ਚ ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਆਉਣਗੀਆਂ ਇੱਕ ਬਿੰਦੂ ਦੇ ਉੱਪਰ ਆਣ ਕੇ ਕੇਂਦਰਿਤ ਹੋਣਗੀਆਂ, ਉਸ ਜਗ੍ਹਾ ਦਾ ਤਾਪਮਾਨ ਵਧੇਗਾ। ਇਸ ਕਰਕੇ ਸੂਰਜੀ ਭੱਠੀਆਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੇ ਸੋਲਰ ਕੁੱਕਰ ਆਪਾਂ ਕਹਿੰਦੇ ਆ ਨਾ, ਸੋਲਰ ਕੁੱਕਰ ਦੇ ਵਿੱਚ ਵੀ ਜਿਹੜਾ ਅਵਤਲ ਦਰਪਣ ਆ ਜਾਂ ਕਨਕੇਵ ਮਿਰਰ ਆ, ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਡਾਕਟਰ ਯੂਜ਼ ਕਰਦੇ ਹਨ ਸ਼ੇਵਿੰਗ ਮਿਰਰ ਤੌਰ ਤੇ, ਸ਼ੇਵਿੰਗ ਦਰਪਣ ਤੌਰ ਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ। ਤੇ ਹੁਣ ਆਪਾਂ ਅੱਗੇ ਇੱਕ ਥੋੜਾ ਟੌਪਿਕ ਹੋਰ ਪੜ੍ਹ ਲਈ, ਉੱਤਲ ਦਰਪਣ ਦੁਆਰਾ ਪ੍ਰਤੀਬਿੰਬ ਬਣਨੇ, ਯਾਨੀ ਕਿ ਕਨਵੈਕਸ ਮਿਰਰ ਦੁਆਰਾ। ਇਸ ਦੇ ਦੁਆਰਾ ਆਪਣੇ ਕੋਲ ਸਿਰਫ ਦੋ ਚਾਰਟ ਹਨ, ਮਤਲਬ ਦੋ ਹੀ ਸਿਰਫ ਕੇਸ ਹਨ ਅਵਤਲ ਦਰਪਣ ਦੁਆਰਾ ਪ੍ਰਤੀਬਿੰਬ ਬਣਨ ਦੇ। ਪਹਿਲਾ ਹੈ ਜਦੋਂ ਵਸਤੂ ਅਨੰਤ ਤੇ ਆ, ਇਹ ਤਾਂ ਪਤਾ ਜਦੋਂ ਵਸਤੂ ਅਨੰਤ ਤੇ ਹੋਵੇਗੀ ਤੇ ਕਿਰਨਾਂ ਆਈਆਂ, ਇਹ ਵੱਜ ਕੇ ਵਾਪਸ ਚਲੇ ਗਈਆਂ, ਕਿੱਥੇ ਆਣ ਕੇ ਕੇਂਦਰਿਤ ਹੋਈਆਂ, ਫੋਕਸ ਤੇ। ਉਦੋਂ ਪ੍ਰਤੀਬਿੰਬ ਕਿੱਥੇ ਬਣਦਾ, ਫੋਕਸ ਤੇ, ਦਰਪਣ ਦੇ ਪਿਛਲੇ ਪਾਸੇ। ਜਿਹਦਾ ਫੋਕਸ ਤੁਹਾਨੂੰ ਪਤਾ ਹੀ ਹੈ ਦਰਪਣ ਦੇ ਪਿੱਛੇ ਹੁੰਦਾ ਹੈ, ਪੜ੍ਹ ਚੁੱਕੇ ਆਪਾਂ। ਇਹ ਬਹੁਤ ਛੋਟਾ ਪੁਆਇੰਟ ਸਾਈਜ਼ ਬਣਦਾ ਤੇ ਵਰਚੁਅਲ, ਝੂਠਾ ਆਭਾਸੀ, ਤੇ ਵਰਚੁਅਲ ਹਮੇਸ਼ਾ ਕੀ ਹੁੰਦਾ, ਸਿੱਧਾ, ਯਾਨੀ ਕਿ ਇਰੈਕਟ ਬਣ ਗਿਆ। ਦੂਜਾ ਕੇਸ ਹੁੰਦਾ ਵਸਤੂ ਜਿੱਥੇ ਮਰਜ਼ੀ ਰੱਖ ਦਿਓ, ਅਨੰਤ ਤੋਂ ਲੈ ਕੇ ਤੇ P ਦੇ ਵਿਚਕਾਰ, ਯਾਨੀ ਕਿ C ਤੇ C ਤੋਂ ਪਹਿਲੋਂ ਜਿੱਥੇ ਮਰਜ਼ੀ ਰੱਖ ਦਿਓ ਵਸਤੂ। ਉਦੋਂ ਇੱਕ ਰੇਖਾ ਗਈ ਸਿੱਧੀ ਸਮਾਂਤਰ, ਵਾਪਸ ਮੁੜ ਗਈ, ਕਿੱਥੋਂ ਲੰਘੀ, ਫੋਕਸ ਤੋਂ। ਦੂਜੀ ਰੇਖਾ ਜਿਹੜੀ ਸਿੱਧੀ ਗਈ, ਜਿਹੜੀ C ਤੋਂ ਲੰਘਣੀ ਉਹ ਸਿੱਧੀ ਚਲੀ ਗਈ। ਇਹ ਦੋਵੇਂ ਇੱਥੇ ਆਣ ਕੇ ਮਿਲੀਆਂ, ਯਾਨੀ ਕਿ ਦੂਜਾ ਕੇਸ ਹੁੰਦਾ ਜਦੋਂ ਵਸਤੂ ਨੂੰ ਜਿੱਥੇ ਮਰਜ਼ੀ ਰੱਖ ਦਿਓ, F ਤੇ ਇਨਫਿਨਿਟੀ ਦੇ ਵਿਚਕਾਰ, P ਤੇ ਇਨਫਿਨਿਟੀ ਦੇ ਵਿਚਕਾਰ ਜਿੱਥੇ ਮਰਜ਼ੀ ਰੱਖ ਦਿਓ, ਪ੍ਰਤੀਬਿੰਬ ਹਮੇਸ਼ਾ ਹੀ ਦੂਜੇ ਪਾਸੇ ਬਣੇਗਾ F ਤੇ P ਦੇ ਵਿਚਕਾਰ। ਕਿੱਥੇ ਬਣੇਗਾ, ਹਮੇਸ਼ਾ F ਤੇ P ਦੇ ਵਿਚਕਾਰ, ਛੋਟਾ ਬਣੇਗਾ, ਵਰਚੁਅਲ ਬਣੇਗਾ, ਯਾਨੀ ਕਿ ਆਭਾਸੀ। ਤੇ ਵਰਚੁਅਲ ਹਮੇਸ਼ਾ ਹੀ ਹੁੰਦਾ ਸਿੱਧਾ ਬਣੇਗਾ। ਦੇਖੋ ਸਾਈਜ਼ ਛੋਟਾ ਆ, ਦੇਖੋ ਸਿਰਫ ਇੰਨਾ ਕੁ ਬਣਨ ਡਿਆ, ਵਸਤੂ ਬਹੁਤ ਵੱਡੀ ਸੀ ਉਹਦੇ ਮੁਕਾਬਲੇ, ਛੋਟਾ ਵਾ, ਵਰਚੁਅਲ ਹੈ, ਰੇਖਾ ਮਿਲਦੀਆਂ ਨਹੀਂ ਪਈਆਂ, ਆਪਾਂ ਮਿਲਾਇਆ ਹੈ ਤੇ ਸਿੱਧਾ ਬਣ ਗਿਆ, ਇਰੈਕਟ ਬਣ ਗਿਆ। ਯਾਨੀ ਕਿ ਸਿਰਫ ਦੋ ਹੀ ਕੇਸ ਬਣਦੇ ਹਨ ਇਹਦੇ, ਇਸ ਤੋਂ ਇਲਾਵਾ ਹੋਰ ਕੋਈ ਕੇਸ ਨਹੀਂ ਬਣਦਾ। ਤੇ ਜਿਵੇਂ ਆਪਾਂ ਅਵਤਲ ਦਰਪਣ ਦੇ ਉਪਯੋਗ ਪੜ੍ਹੇ ਸੀ, ਉੱਤਲ ਦਰਪਣ ਦਾ ਜਿਹੜਾ ਸਭ ਤੋਂ ਵੱਡਾ ਉਪਯੋਗ ਹੈਗਾ ਹੈ ਉਹ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਇੰਗਲਿਸ਼ ਵਿੱਚ ਕਹਿੰਦੇ ਉਹਨੂੰ ਰੇਅਰ ਵਿਊ ਮਿਰਰ। ਰੇਅਰ ਵਿਊ ਮਿਰਰ ਹੁੰਦਾ ਵਾ ਕਨਵੈਕਸ ਮਿਰਰ ਜਾਂ ਉੱਤਲ ਦਰਪਣ। ਰੇਅਰ ਵਿਊ ਮਿਰਰ ਦਾ ਮਤਲਬ ਕੀ ਹੈ, ਜਿਹੜੀ ਪਿੱਛੇ ਦੀ ਆਵਾਜਾਈ ਵੇਖਣ ਵਾਸਤੇ ਇਸ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਡਰਾਈਵਰ ਦੇਖੋ, ਮਤਲਬ ਗੱਡੀ ਚਲਾ ਰਿਹਾ ਹੈ, ਪਿੱਛੋਂ ਕੋਈ ਵਹੀਕਲ ਆ ਰਿਹਾ ਵਾ, ਉਹਨੂੰ ਵੇਖਣ ਲਈ ਉਹਨੂੰ ਬਾਰ-ਬਾਰ ਆਪਣੀ ਧੌਣ ਨਹੀਂ ਪਿੱਛੇ ਘੁਮਾਉਣੀ। ਇਸ ਤਰ੍ਹਾਂ ਦੇਖਿਆ ਗੱਡੀਆਂ ਦੇ ਸਾਈਡਾਂ ਦੇ ਉੱਪਰ ਇੱਕ ਜਿਹੜਾ ਮਿਰਰ ਲੱਗਾ ਹੁੰਦਾ, ਜਿਹਦੇ ਨਾਲ ਵੇਖਦਾ ਪਿੱਛੋਂ ਆ ਰਹੀ ਟ੍ਰੈਫਿਕ ਨਹੀਂ। ਇਹਦਾ ਕਾਰਨ ਕੀ ਹੈ, ਇਹਦਾ ਕਾਰਨ ਇਹ ਹੈ, ਕਿਰਨਾਂ ਦੇਖੋ ਨਾ, ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਆ ਰਹੀਆਂ ਤੇ ਇਹ ਫੈਲ ਜਾਂਦੀਆਂ ਹਨ, ਠੀਕ ਹੈ। ਤੇ ਜਿਹੜੀ ਪਿਛਲਾ ਬਹੁਤ ਵੱਡਾ ਵਿਊ ਉਹਨੂੰ ਦਿਖਾਈ ਦਿੰਦਾ ਹੈ, ਪਿੱਛੋਂ ਆ ਰਹੀ ਟ੍ਰੈਫਿਕ ਆ। ਪ੍ਰਤੀਬਿੰਬ ਤੇ ਸਿੱਧਾ ਹੀ ਬਣਨਾ ਹੈ, ਤੁਹਾਨੂੰ ਪਤਾ ਇੱਥੇ ਦੋ ਆਪਾਂ ਕੇਸ ਪੜ੍ਹੇ ਆ, ਦੋ 'ਚ ਪ੍ਰਤੀਬਿੰਬ ਕੀ ਬਣ ਰਿਹਾ, ਸਿੱਧਾ, ਟ੍ਰੈਫਿਕ ਸਿੱਧੀ ਦਿਸੇਗੀ ਤੇ ਉਹਨੂੰ ਵੱਡਾ ਖੇਤਰ ਦਿਖਾਈ ਦੇਵੇਗਾ, ਠੀਕ ਹੈ। ਵੱਡਾ ਖੇਤਰ ਦਿਖਣ ਦੇ ਨਾਲ ਲਿਖਿਆ ਦ੍ਰਿਸ਼ਟੀ ਖੇਤਰ ਬਹੁਤ ਵੱਧ ਹੁੰਦਾ ਹੈ, ਜਿਸ ਕਰਕੇ ਪਿੱਛੋਂ ਆ ਰਹੀ ਟ੍ਰੈਫਿਕ ਨੂੰ ਆਸਾਨੀ ਨਾਲ ਵੇਖ ਸਕਦਾ ਹੈ ਬਿਨਾਂ ਆਪਣੀ ਧੌਣ ਘੁਮਾਇਆ। ਇਸ ਕਰਕੇ ਇਹਨੂੰ ਆਪਾਂ ਕੀ ਕਹਿੰਦੇ ਹਾਂ, ਰੇਅਰ ਵਿਊ ਮਿਰਰ। ਯਾਨੀ ਕਿ ਉੱਤਲ ਦਰਪਣ ਜਾਂ ਕਨਵੈਕਸ ਮਿਰਰ ਦੇ ਸਭ ਤੋਂ ਵੱਡਾ ਮੇਨ ਉਪਯੋਗ ਕੀ ਹੈ, ਪਿੱਛੇ ਦੀ ਆਵਾਜਾਈ ਵੇਖਣ ਲਈ ਡਰਾਈਵਰ ਇਹਨੂੰ ਵਰਤਦੇ ਹਨ, ਰੇਅਰ ਵਿਊ ਮਿਰਰ। ਤੇ ਜਿਹੜਾ ਆਪਾਂ ਉੱਤਲ ਦਰਪਣ ਅਵਤਲ ਦਰਪਣ ਦੇ ਜਿਹੜੇ ਪੜ੍ਹੇ ਸੀ, ਮੈਂ ਦੱਸ ਚੁੱਕਾ, ਸ਼ੇਵਿੰਗ ਆ, ਡਾਕਟਰ ਯੂਜ਼ ਕਰਦੇ ਹਨ,
ठीक है। तो सोलर कुकर में उसकी वरतों की जाती है। 2 3 पॉइंट तुसीं याद करो। तो अवतल दर्पण के 6 रेखा चित्र हैं, नाल टेबल बनाया गया तुहाडी बुक च भी दिता है। उत्तल दर्पण के 2 रेखा चित्र हैं, रेखा चित्र भी तुहानूं समझाते हैं, टेबल भी तुहानूं समझाता है, तो दोवां तुहानूं उपयोग दसते हैं। इन्हां नूं तुसीं चंगी तरह पढ़ो, इहनूं तुसीं जिथे वीडियो नूं अपनी रोक के भी इहनूं पढ़ सकदे जे। ठीक है। ये पढ़न तो बाद तुहानूं फिर ये समझ आ जाएगी ये दर्पण के बारे। अज आपां हुण जे आपां पढ़ीए, छोटा जिहा 1 मिनट च इहनूं खत्म करने की कोशिश करिए आपां, साडा लैक्चर अगे काफ़ी वड्डा हो गया। आपां पढ़िया प्लेन मिरर के बारे, प्लेन मिरर के जिहड़े की लक्षण हैं, 5 तुहानूं लक्षण मैं दस्सिआ, इहनूं दोबारा तुसीं देख लो। उस तो बाद पढ़िया आपां कनकेव मिरर बारे, यानी कि अवतल दर्पण, उहदे 6 रेखा चित्र पढ़े ते नाले उहदे यूसेस पढ़े। उस तो बाद आपां पढ़िया कन्वैक्स मिरर यानी कि उत्तल दर्पण के बारे, उहदे 2 रेखा चित्र ते उहदे उपयोग आपां जिहड़े आ पढ़े। ठीक है। ये अपना अज मिरर का टॉपिक खत्म हो गया। हाले थोड़ा जिहा टॉपिक रहिंदा है मिरर फार्मूला, पर लैक्चर अपना काफ़ी वड्डा हो गया। इहनूं आपां अगले लैक्चर च मिरर फार्मूला पढ़ांगे ते उस तो बाद फिर आपां लैंसिस बारे स्टार्ट करांगे। कन्वैक्स लैंस ते कनकेव लैंस बारे तुहानूं दस्सिआ जाएगा। ओके जी, नैक्सट चैप्टर आपां लैक्चर ते फिर मिलदे हां। थैंक्स जी, थैंक्स फॉर वॉचिंग।